वाहिगुरु जी का खालसा वाहिगुरु जी की फतेह। सतगुरां दी निੱਘੀ गोद विच शरधा ते प्रेम दे नाल दूरों नेड़ियों चल करके शाम दे दीवाना विच आप जी जुड़ बैठे हो। सुभागा अवसर गुरु कृपा सदका प्राप्त होया। आओ इन्हां घड़ियां नूं सफलियां बनाइए। सतगुरां दी पावन अमृतमई जीवन कथा दे विचों कल आप जी ने सरवण कीता सी। हिमाचल दे पर्वतां दे विचों सुमेर पर्वत ते सृष्टि दे मालिक गुरु नानक साहिब जी आन बराजे। जदों सिद्धां दे गुरु गोरखनाथ नूं सतगुरां दे सुमेर ते आउण दा पता भरतरी जी दे पासों लगा है, इस कदर चिंतित हो गए कि मेरे तो वड्डा भी जग ते कोई महान पुरुष है, क्यों ना मैं गुरु बाबा गुरु नानक पातशाह नूं अपना सेवक बना दियां। मैं जित जावां ते ओह हार जाण। इन्ना सुन के सुमेर की धरती ते प्रगट हो गए गोरखनाथ। इधर गुरु नानक साहब जी भाई बाला मरदाना जी ना बचन करते ने, पुछते ने मरदाना जी बाबा सामने केड़ा पर्वत है? सतगुरु कहंदे दा नाम है सिरधार पर्वत। इत्थे कोई मनुख पशु पक्षी नजर नहीं आउंदा। हर पासे बर्फ की चिट्टी चादर तनी हुई है। गुरु नानक साहब महाराज सारिया सवालों के जवाब दे रहे ने। इन्ने नूं गोरखनाथ आके उच्ची आवाज विच आखदे ने अलख निरंजन। गुरु नानक साहब महाराज एक सिला ते बैठे आ। सवाल करदा कौन हो तुसीं, किहड़े देश तो आए हो, तुहाडी जात की है, अगे कित्थे चले हो? बड़े सवाल गोरखनाथ ने गुरु नानक साहब जियां नूं कीते। वो बच्चा बच्चा कह के बोलदा है, बाला बालक। गुरु नानक साहब महाराज गोरख दियां गल्लां सुन के हसदे आ, मुस्कुराउंदे आ। कोई शिकन नहीं, डर नहीं, भय नहीं। आओ जी फिर सुरत करके चलिए हिमालया दी पर्वतां दी श्रृंखला, सुमेर दी चोटी ते जिथे सतगुरु गुरु नानक साहब महाराज सिद्धां दे गुरु दे नाल गुफ्तगू करदे ने। प्रेम दी पाओ संग, आसीस बख्शो, गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। कवित रूप अचर्ज हम जात ते अजात पए। देश जान सो जह ससी नह भान को। जदों गुरु नानक साहब जियां नूं सिद्धां दे गुरु महान गोरख रोक के पुछदे ने बड़े हंकार विच, कहंदे बालको देश किहड़ा तुहाडा? गुरु नानक साहब महाराज कहंदे ओ देश जिथे चंद तारे सूरज नहीं, जिन्हों सचखंड कहते हैं, वो देश है साडा
ਫਿਰ ਉਹਨੇ ਸਵਾਲ ਕੀਤਾ ਸੀ ਤੁਹਾਡੀ ਜਾਤ ਕੀ ਹੈ? ਸਾਹਿਬ ਆਖਦੇ ਆ ਜਾਤ ਤੇ ਅਜਾਤ ਭਏ। ਸਾਡੀ ਤੇ ਜਾਤੀ ਕੋਈ ਨਹੀਂ। ਆਤਮਾ ਦੀ ਕਿਹੜੀ ਜਾਤ ਹੈ ਜੀ? ਮਨ ਦੀ ਦੱਸੋ ਜਾਤ ਕਿਹੜੀ ਹੈ? ਸਰੀਰ ਦੀ ਦੱਸੋ ਜਾਤ ਕਿਹੜੀ ਹੈ? ਕਿਹੜੀ ਜਾਤ ਵਿੱਚ ਕਿਹੜਾ ਬਲੱਡ ਗਰੁੱਪ ਹੁੰਦਾ ਹੈ? ਕੋਈ ਸਿੱਧ ਕਰ ਸਕਦਾ ਹੈ? ਇਹ ਜਾਤਾਂ ਨੇ ਮਾਇਆ ਦੇ ਭਰਮ ਦੀਆਂ। ਗੁਰੂ ਨਾਨਕ ਸਾਹਿਬ ਆਖਦੇ ਆ ਗੁਰਖਾ ਸਾਡੀ ਕੋਈ ਜਾਤ ਨਹੀਂ। ਕਿੱਥੋਂ ਆਏ ਹੋ ਚੱਲ ਕੇ? ਸਾਹਿਬ ਕਹਿੰਦੇ ਮਾਤ ਲੋਕ ਤੋਂ। ਆਹ ਜਿਹੜੀ ਧਰਤੀ ਹੈ ਇਹਨੂੰ ਕਹਿੰਦੇ ਮਾਤ ਲੋਕ। ਤੇ ਜਿਹੜੀ ਹਿਮਾਲਿਆ ਦੀ ਧਰਤੀ ਹੈ, ਅੱਜ ਵੀ ਜਾਓਗੇ ਤੁਹਾਨੂੰ ਥਾਂ ਥਾਂ ਤੇ ਬੋਰਡ ਮਿਲਣਗੇ, ਦੇਵ ਭੂਮੀ ਮੇਂ ਆਪਕਾ ਸਵਾਗਤ ਹੈ। ਮਤਲਬ ਉਹ ਦੇਵ ਲੋਕ ਹੈ। ਤਕਰੀਬਨ ਵਿਦਿਆਚਲ, ਅਰੁਣਾਚਲ, ਹਿਮਾਚਲ, ਇਹ ਜਿੰਨੇ ਵੀ ਦੇਵਤਿਆਂ ਦੇ ਨਾਂ ਸੀ ਉਹਨਾਂ ਦੇ ਨਾਂ ਤੇ ਪਰਬਤ ਅੱਜ ਵੀ ਨੇ। 33 ਕਰੋੜ ਦੇਵੀ ਦੇਵਤਿਆਂ ਦਾ ਵਾਸਾ ਅੱਜ ਵੀ ਮੰਨਿਆ ਜਾਂਦਾ ਹੈ। ਕੇਦਾਰਨਾਥ ਚਲੇ ਜਾਓ, ਕਿੰਨੇ ਧਾਮ ਨੇ, ਕੀ ਕੁਝ ਨਹੀਂ ਹੈ ਪਹਾੜਾਂ ਵਿੱਚ। ਗੁਰੂ ਬਾਬਾ ਜੀ ਕਹਿੰਦੇ ਬਾਤ ਲੋਕ ਤੋਂ ਆਏ ਆ। ਅੱਗੇ ਕਿੱਥੇ ਚੱਲੇ ਹੋ? ਕਹਿੰਦੇ ਜਿੱਥੇ ਰੱਬ ਲੈ ਜਾਓ, ਜਿੱਥੇ ਅਕਾਲ ਪੁਰਖ ਨਿਰੰਕਾਰ ਸਾਨੂੰ ਲੈ ਕੇ ਜਾਵਣਗੇ। हटे अब बने जह जावो जी माहे जह हृदय जू हमारे पै पयो सब हान को। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਹੱਥ ਕਰਕੇ ਗੋਰਖਨਾਥ ਕਹਿੰਦਾ ਠਹਿਰੋ, ਅੱਗੇ ਜਾਣ ਦੀ ਗਲਤੀ ਨਾ ਕਰਿਓ। ਪਤਾ ਨਹੀਂ ਤੁਹਾਡੇ ਨਾਲ ਕੀ ਕੁਝ ਹੋਣਾ ਤੇ ਪਿੱਛੇ ਤੁਹਾਨੂੰ ਮੈਂ ਨਹੀਂ ਜਾਣ ਦੇਣਾ। ਸਿੱਧਾਂ ਦਾ 84 ਸਿੱਧ ਕਰਨੀ ਕਥਨੀ ਦੇ ਮਾਲਕ, ਉਹਨਾਂ ਦਾ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਵੇਖ ਡੋਲ ਗਿਆ। ਡੋਲਿਆ ਜ਼ਰੂਰ ਹੈ, ਪਰ ਉਹ ਚਾਹੁੰਦਾ ਵੀ ਐਸੇ ਕਲਾਵਾਨ ਲੋਕਾਂ ਨੂੰ ਮੈਂ ਆਪਣੇ ਪੰਥ 'ਚ ਸ਼ਾਮਲ ਕਰਾਂ ਤੇ ਮੈਂ ਗੁਰੂ ਬਣ ਜਾ। ਕਿਉਂਕਿ ਭਰਤਰੀ ਨੇ ਕਿਹਾ ਨਾ ਵੀ ਗੁਰੂ ਨਾਨਕ ਸਾਹਿਬ ਬ੍ਰਹਿਮੰਡ ਦਾ ਗੇੜਾ ਲਾ ਰਹੇ ਆ। ਬ੍ਰਹਿਮੰਡ ਵਿੱਚ ਇਕੱਲੀ ਧਰਤੀ ਨਹੀਂ ਹੁੰਦੀ, ਚੰਦ, ਸੂਰਜ, ਤਾਰੇ, ਸਿਤਾਰੇ, ਪਤਾ ਨਹੀਂ ਕੀ ਕੀ ਕੁਛ ਹੈ, ਕਿੰਨੀਆਂ ਕੁ ਧਰਤੀਆਂ। ਪਰ ਉਸ ਵੇਲੇ ਗੋਰਖਨਾਥ ਇਹ ਸੋਚ ਕੇ ਆਇਆ ਵੀ ਜੇ ਗੁਰੂ ਨਾਨਕ ਪ੍ਰਭੂ ਦੇ ਅਵਤਾਰ ਮੇਰੇ ਸਿੱਖ ਬਣ ਗਏ ਤੇ ਮੈਨੂੰ ਆਪਣੀ ਸਿੱਖੀ ਦਾ ਸਿੱਧੀ ਦਾ ਵਿਸਥਾਰ ਕਰਨ ਦੀ ਲੋੜ ਨਹੀਂ ਪੈਣੀ। ਇਹ ਮੈਨੂੰ ਗੁਰੂ ਕਹਿ ਕੇ ਮੇਰੀ ਪੂਜਾ ਕਰਨਗੇ, ਮੈਂ ਨਾਨਕ ਦਾ ਗੁਰੂ। ਇਸ ਅਭਿਮਾਨ ਵਿੱਚ ਸਤਿਗੁਰਾਂ ਨੂੰ ਕਹਿੰਦਾ ਹੈ ਅੰਡਰ ਐਸਟੀਮੇਟ ਕਰੀ ਫਿਰਦਾ ਹੋ। ਕਿਉਂਕਿ ਜਦੋਂ ਬੰਦਾ ਹੰਕਾਰ ਜਾਂਦਾ ਹੈ, ਭਾਵੇਂ ਉਹ ਧਾਰਮਿਕ ਖੇਤਰ 'ਚ ਹੈ, ਰਾਜਨੀਤਿਕ ਖੇਤਰ 'ਚ ਹੈ, ਉਹ ਹਮੇਸ਼ਾ ਆਪ ਤੋਂ ਛੋਟੇ ਦਾ, ਆਪਣੇ ਬਰਾਬਰ ਦਾ ਸ਼ੋਸ਼ਣ ਹੀ ਕਰਦਾ ਹੈ। ਉਹਨੇ ਵੇਖਿਆ ਵੀ ਇਹ 3 ਫਕੀਰ ਨੇ ਗਲਤੀ ਨਾਲ ਆ ਗਏ, ਮਾੜੀ ਮੋਟੀ ਕਰਾਮਾਤ ਹੋਣੀ। ਪਹਿਲਾਂ ਤੇ ਸੁਮੇਰ ਦੀਆਂ ਬਰਫਾਂ 'ਚ ਕੋਈ ਪੰਛੀ ਵੀ ਨਹੀਂ ਆਉਂਦਾ, ਗਲ ਜਾਂਦੇ ਆ, ਕਿਉਂਕਿ 12 ਮਹੀਨੇ ਸੁਮੇਰ ਪਰਬਤ ਤੇ ਕੈਲਾਸ਼ ਪਰਬਤ ਤੇ ਬਰਫ਼ ਪੈਂਦੀ ਹੈ। ਬੇਸ਼ੱਕ ਕੈਲਾਸ਼ ਤੋਂ ਹੇਠਾਂ ਕੇਦਾਰਨਾਥ ਦਾ ਇਲਾਕਾ ਹੈ, ਹੇਮਕੁੰਡ ਸਾਹਿਬ ਦਾ ਇਲਾਕਾ ਹੈ, ਉਹਨਾਂ ਇਲਾਕਿਆਂ ਦੇ ਵਿੱਚ 6 ਮਹੀਨੇ ਬਰਫ਼ ਹੈ ਤੇ 6 ਮਹੀਨੇ 4 ਮਹੀਨੇ ਮੌਸਮ ਆਮ ਜਿਹਾ ਹੋ ਜਾਂਦਾ। ਪਰ ਸੁਮੇਰ ਦੀਆਂ ਚੋਟੀਆਂ ਤੇ ਕਦੇ ਬਰਫ਼ ਦੀ ਚਾਦਰ ਲੱਥੀ ਹੀ ਨਹੀਂ। ਇਸ ਕਰਕੇ ਨਾ ਕੋਈ ਰੁੱਖ ਹੈ, ਨਾ ਕੋਈ ਮਨੁੱਖ ਹੈ, ਨਾ ਕੋਈ ਪਸ਼ੂ ਪਕਸ਼ੀ ਹੈ, ਪਰ ਇਹ ਤੇ ਉਹ ਚੋਟੀਆਂ ਨੇ ਜਿਨ੍ਹਾਂ ਬਾਰੇ ਆਪ ਜੀ ਨੇ ਕੱਲ ਸੁਣਿਆ ਹੈ। ਦ੍ਰੋਪਦੀ ਦੇ 4 ਭਰਾ ਇਹਨਾਂ ਬਰਫਾਂ 'ਚ ਹੀ ਗਲ ਕੇ ਮਰ ਗਏ ਬਣ ਬਣ। ਇੱਕ ਯੁਧਿਸ਼ਟਰ ਬਚੇ ਹੈ, ਉਹ ਵੀ ਇਸ ਬਰਫ ਦਾ ਤਾਪ ਨਹੀਂ ਝੱਲ ਸਕਿਆ, ਇੱਥੋਂ ਪਰਲੋਕ ਚਲੇ ਗਏ। ਉਹ ਸਾਰਾ ਕੁਝ ਯਾਦ ਕਰਕੇ ਗੋਰਖਨਾਥ ਕਹਿੰਦਾ ਹੈ ਤੁਸੀਂ ਆ ਕਿਵੇਂ ਗਏ ਇੱਥੇ? ਚੱਲ ਆ ਤੇ ਗਏ, ਜਾਣ ਨਹੀਂ ਦਿਆਂਗਾ ਜਦੋਂ ਤੱਕ ਮੈਨੂੰ ਆਪਣਾ ਗੁਰੂ ਨਹੀਂ ਮੰਨਦੇ। ਇਹ ਕੀ ਹੈ? ਹੰਕਾਰ। ਉਹ ਭਾਵੇਂ ਧਰਮੀ ਹੋਵੇ, ਕੁਖਰਨੀ ਹੋਵੇ, ਹੰਕਾਰ ਹਮੇਸ਼ਾ ਕਹਿੰਦਾ ਏ ਮੈਂ ਵੱਡਾ, ਮੈਂ ਮਹਾਨ, ਤੂੰ ਚੀਜ਼ ਕੀ ਹੈ? ਜਗਤ ਗੁਰੂ ਨਾਨਕ ਸਾਹਿਬ ਦੀਆਂ ਨੂੰ ਗੋਰਖਨਾਥ ਰੋਕ ਕੇ ਦਾਬਾ ਮਾਰਦਾ ਹੈ, ਕਹਿੰਦਾ ਜਾ ਨਹੀਂ ਸਕਦੇ ਅੱਗੇ, ਮੈਨੂੰ ਗੁਰੂ ਬਣਾ ਲਓ। ਗੋਰਖ ਗੋਰਖ ਜਪੋ, ਮੈਂ ਤੁਹਾਨੂੰ ਕਰਾਮਾਤਾਂ ਦੇ ਦਿਆਂਗਾ, ਬਹੁਤ ਕੁਝ ਦਿਆਂਗਾ। ਜੇ ਤੁਸੀਂ ਮੇਰੀ ਗੱਲ ਨਹੀਂ ਮੰਨੋਗੇ ਤੁਹਾਨੂੰ ਪ੍ਰਾਣ ਤਿਆਗਣੇ ਪੈਣੇ ਨੇ। ਦੁੱਖ ਸੁਖ ਜਾਨ ਸਮ ਆਏ ਇਹ ਥਾਨ ਚੱਲ
गुरु एक अंकार जाके नहीं है समान को। सतगुरु हस के कहंदे ओ गोरखा खिहड़े मौत दे दावे दिंदा है। जिस गुरु नानक दा पंथ कहंदा है पहला मरण कबूल जीवन की छाड़े आस, उन्हां नूं डर काहदा। जिन्हां दे मन विच आनंद होवे भय कोई नहीं। कबीर मोहे मरने का चाओ है, मरो तो हर के द्वार। ਜਿਹੜੇ ਐਡੀ ਵੱਡੀ ਭਾਵਨਾ ਰੱਖਦੇ ਆ, ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਤੇ ਨਿਡਰ ਹਾਂ, ਬੇਖੌਫ ਹਾਂ। ਓਏ ਅਸੀਂ ਤੇ ਨਿਰੰਕਾਰ ਦੇ ਦੇਸ਼ ਚੱਲੇ ਆ ਜਿਹਦਾ ਆਕਾਰ ਹੀ ਕੋਈ ਨਹੀਂ। ਆਕਾਰ ਜਿਹਦਾ ਹੋਏਗਾ ਉਹਨੂੰ ਮੌਤ ਦਾ ਡਰ ਹੈ, ਉਹਨੂੰ ਜਨਮ ਦਾ ਡਰ ਹੈ। ਸਾਡੇ ਸਰੀਰ ਦਾ ਆਕਾਰ ਹੈ। ਦੁਨੀਆ 'ਚ ਜੋ ਦਿਸਦਾ ਹੈ ਅੱਖਾਂ ਦੇ ਨਾਲ ਉਹ ਕਿਸੇ ਨਾ ਕਿਸੇ ਆਕਾਰ ਵਿੱਚ ਹੈ, ਸ਼ੇਪ ਵਿੱਚ ਹੈ। ਤੇ ਜੋ ਬਣਿਆ ਉਹਨੇ ਖਤਮ ਹੋਣਾ ਹੈ। ਭਾਵੇਂ ਪੇੜ ਪੌਦੇ ਨੇ, ਪੱਥਰ ਨੇ, ਪਹਾੜ ਨੇ, ਪਰਬਤ ਨੇ, ਲਾਵੇ ਨੇ, ਕੁਛ ਵੀ ਹੈ। ਜਿਸ ਜਿਸ ਚੀਜ਼ ਦਾ ਭਾਵੇਂ ਉਹ ਚੰਦ, ਸੂਰਜ, ਤਾਰੇ, ਧਰਤੀ ਹੈ, ਆਕਾਰ ਵਿੱਚ ਹੈ ਨਾ। ਧਰਤੀ ਆਪਣੀ ਸ਼ੇਪ 'ਚ ਹੈ, ਚੰਦਰਮਾ ਆਪਣੀ ਸ਼ੇਪ 'ਚ ਹੈ, ਸੂਰਜ ਆਪਣੀ ਸ਼ੇਪ 'ਚ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਆ ਇਹ ਭਾਈ ਨਾਸ਼ਵੰਤ ਨੇ, ਖਤਮ ਹੋ ਜਾਣਗੇ। ਫੇਰ ਪਰਮਾਤਮਾ ਸਾਥ ਦਿੰਦਾ ਹੈ। ਗੁਰੂ ਬਾਬਾ ਜੀ ਕਹਿੰਦੇ ਸਾਨੂੰ ਡਰ ਨਹੀਂ ਕੋਈ, ਖੌਫ ਨਹੀਂ ਕੋਈ। ਖੌਫ ਤੇ ਡਰ ਅਸੀਂ ਕਦੇ ਮਨ ਰੱਖਿਆ ਹੀ ਨਹੀਂ। ਤੇ ਨਾਲੇ ਤੂੰ ਕੌਣ ਆ ਸਾਨੂੰ ਰੋਕਣ ਵਾਲਾ? ਏਦਾਂ ਕਿਉਂ ਬੋਲਿਆ ਮਹਾਰਾਜ? ਕਿਉਂਕਿ ਸਾਹਮਣੇ ਬੋਲਣ ਵਾਲਾ ਕੋਈ ਸ਼ਰਧਾ ਨਾਲ ਨਹੀਂ ਬੋਲਦਾ, ਕੋਈ ਨਿਮਰਤਾ ਨਾਲ ਨਹੀਂ ਬੋਲਦਾ। ਕਿਉਂਕਿ ਵਿਗੜੇ ਤਿਗੜੇ ਲੋਕਾਂ ਦਾ ਪੀਰ ਤੇ ਗੁਰੂ ਡੰਡਾ ਹੀ ਹੁੰਦਾ ਹੈ। ਜੇ ਤੇ ਗੋਰਖਨਾਥ ਸਿੱਧਾ ਹੋ ਕੇ ਪੇਸ਼ ਹੁੰਦਾ ਤੇ ਗੁਰੂ ਬਾਬਾ ਜੀ ਬੜੇ ਅਦਬ ਨਾਲ ਬੁਲਾਉਂਦੇ, ਸਲੀਕੇ ਨਾਲ ਬੁਲਾਉਂਦੇ। ਉਹ ਤੇ ਕਹਿੰਦਾ ਤੁਹਾਨੂੰ ਜਾਣ ਨਹੀਂ ਦਿਆਂਗਾ, ਤੁਸੀਂ ਹੁੰਦੇ ਕੌਣ ਇੱਥੇ ਆਉਣ ਵਾਲੇ? ਹੁਣ ਤੁਸੀਂ ਸਾਡੇ ਇਲਾਕੇ 'ਚ ਆ ਗਏ ਹੋ, ਏਰੀਏ 'ਚ ਆ ਗਏ ਹੋ, ਜਾ ਕੇ ਵਿਖਾਇਓ ਵਾਪਸ। ਮਹਾਰਾਜ ਕਹਿੰਦੇ ਤੂੰ ਰੋਕ ਕੇ ਵੇਖ, ਸਾਨੂੰ ਰੋਕਣ ਵਾਲਾ ਗੁਰਖਾ ਨਿਰੰਕਾਰ ਤੋਂ ਬਿਨਾ ਕੋਈ ਹੋਰ ਨਹੀਂ। ਭੁੱਲਿਓ ਹਿਰਦੇ ਗੋਰਖ ਤੂੰ, ਸੁਧ ਤੇਰੀ ਗਈ ਸਭ। ਔਧ ਕਉ ਬਧਾਏ ਔਧ, ਭਇਓ ਮਨੋ ਮਾਨ ਕੋ। ਮਹਾਰਾਜ ਕਹਿੰਦੇ ਉਹ ਕੀ ਹੋਇਆ? ਹੰਕਾਰੀਆ ਉਮਰ ਵਧਾ ਕੇ ਮਾਣ ਕਰਦਾ ਫਿਰਦਾ। ਕਿਉਂਕਿ ਸਿੱਧਾਂ ਨੇ ਆਪਣੀਆਂ ਉਮਰਾਂ ਵਧਾਈਆਂ ਹੋਈਆਂ ਨੇ, ਇਸ ਕਰਕੇ ਉਹ ਸਤਿਗੁਰਾਂ ਨੂੰ ਬਾਲਕ ਤੇ ਬੱਚਾ ਕਹਿੰਦੇ ਆ। ਅੰਦਾਜ਼ਨ 40-50 ਸਾਲ ਦੀ ਉਮਰ ਲਾ ਲਓ ਗੁਰੂ ਨਾਨਕ ਸਾਹਿਬ ਦੀ। ਜਦੋਂ ਸਿੱਧਾਂ ਨਾਲ ਮੁਲਾਕਾਤ ਹੋਈ ਤੇ ਇੱਕ ਸਾਹਮਣੇ ਬੈਠੇ ਆ 10,000 ਸਾਲ ਦੀ ਉਮਰ ਵਾਲੇ, ਉਹਨਾਂ ਲਈ ਕੀ ਹੋਏ? 100 ਸਾਲ ਦੀ ਉਮਰ ਵਾਲੇ ਦੇ ਸਾਹਮਣੇ 10 ਸਾਲ ਦਾ ਬੱਚਾ ਬੱਚਾ ਹੀ ਹੋਏਗਾ। ਹਜ਼ਾਰਾਂ ਸਾਲਾਂ ਦੀ ਉਮਰ ਵਾਲੇ ਦੇ ਸਾਹਮਣੇ ਕੋਈ 40, 50, 60 ਦਾ ਵੀ ਬੈਠੂ ਨਾ ਤੇ ਉਹ ਬੱਚਾ ਹੀ ਸਮਝਦੇ ਆ। ਗੁਰੂ ਪਾਤਸ਼ਾਹ ਕਹਿੰਦੇ ਉਹ ਗੋਰਖਾ ਅਭਿਮਾਨੀ ਹੋ ਗਿਆ, ਹੰਕਾਰੀ ਹੋ ਗਿਆ। ਬੰਦਗੀ ਤੇ ਅੰਦਰੋਂ ਹੰਕਾਰ ਖਤਮ ਕਰਦੀ। ਤੈਨੂੰ ਤੇ ਨਾਮ ਜਪ ਕੇ ਬੰਦਗੀ ਕਰਕੇ ਹੰਕਾਰ ਹੋ ਗਿਆ। ਇੱਕ ਰੋਗੀ ਹੋਵੇ, ਪੇਸ਼ੈਂਟ ਹੈ, ਡਾਕਟਰ ਕੋਲ ਜਾਂਦਾ ਹੈ, ਉਹਨੂੰ ਇੱਕ ਆਸਰਾ ਹੈ ਦਵਾਈ ਲਵਾਂਗਾ, ਅੱਛਾ ਟ੍ਰੀਟਮੈਂਟ ਹੋਏਗਾ, ਮੇਰੀ ਜ਼ਿੰਦਗੀ ਬਚ ਸਕਦੀ ਹੈ ਤੇ ਬਚਦੀ ਵੀ ਹੈ। ਮਾਫ ਕਰਿਓ, ਜੇ ਡਾਕਟਰ ਦੀ ਦਵਾਈ ਜਾਨ ਬਚਾਉਣ ਵਾਲੀ ਹੀ ਸਾਈਡ ਇਫੈਕਟ ਕਰਨ ਲੱਗ ਜੇ, ਕੌਣ ਬਚਾਏਗਾ? ਹੈ ਕੋਈ ਬਚਾਉਣ? ਰੱਬ ਦੀ ਬੰਦਗੀ, ਪਰਮਾਤਮਾ ਦੀ ਭਗਤੀ ਮਨੁੱਖ ਨੂੰ ਵੱਡਾ ਤੇ ਮਹਾਨ ਬਣਾਉਂਦੀ ਹੈ। ਜੇ ਭਗਤੀ ਤੇ ਧਰਮ ਦਾ ਹੀ ਹੰਕਾਰ ਹੋ ਜੇ, ਦੱਸੋ ਫਿਰ ਕੌਣ ਬਚਾਊਗਾ? ਖੁਦ ਸਤਿਨਾਮ। ਮਹਾਰਾਜ ਕਹਿੰਦੇ ਤੂੰ ਭੁੱਲਿਆ ਹੋਇਆ ਏ। ਕਿਹਨੂੰ ਕਹਿੰਦੇ ਆ? ਗੋਰਖ। ਤੂੰ ਛੋਟਾ ਮੁੰਡਾ ਨਹੀਂ ਹੈ, ਗੋਰਖਨਾਥ ਹੈ। 84 ਸਿੱਧਾਂ ਦਾ ਵੱਡਾ ਗੁਰੂ ਹੈ, ਕਰਾਮਾਤਾਂ ਦਾ ਧਨੀ ਹੈ। ਪਰ ਗੁਰੂ ਨਾਨਕ ਸਾਹਿਬ ਆਖਦੇ ਆ ਆਵਾਜ਼ ਦੇ ਕੇ, ਓਏ ਗੋਰਖਾ ਹੰਕਾਰਿਆ ਫਿਰਦਾ ਤੂੰ, ਕੁਛ ਵੀ ਤੇਰੇ ਪੱਲੇ। ਜਾਦੂਗਰੀਆਂ ਕਰਕੇ ਵਿਖਾਉਣਾ ਹੈ, ਕਰਾਮਾਤਾਂ ਵਿਖਾਉਣਾ ਹੈ। ਸਾਨੂੰ ਇਹਨਾਂ ਨਾਲ ਨਾ ਡਰਾ, ਅਸੀਂ ਡਰਨ ਵਾਲਿਆਂ ਵਿੱਚੋਂ ਨਹੀਂ। ਤੈਨੂੰ ਮਾਣ ਹੈ ਕਿਉਂਕਿ ਤੂੰ ਭੁੱਲ ਗਿਆ ਰੱਬ ਨੂੰ। ਬਾਣੀ ਸਪਸ਼ਟ ਕਹਿੰਦੀ ਹੈ, ਭੂਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਰਾਹ ਤੋਂ ਭੁੱਲਿਆ ਮਨੁੱਖ ਜਦੋਂ ਕਿਸੇ ਟਰੈਕ ਤੇ ਆਉਂਦਾ ਨਾ ਤੇ ਗੁਰੂ ਲੈ ਕੇ ਆਉਂਦਾ। ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਕੌਣ ਤੋੜਦਾ? ਪਰਮਾਤਮਾ। ਪਰ ਗੁਰੂ ਬਿਨਾਂ ਗਤ ਨਹੀਂ ਹੈ। ਇਹੀ ਗੱਲਾਂ ਗੋਰਖਨਾਥ ਮਹਾਰਾਜ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਮੈਨੂੰ ਗੁਰੂ ਬਣਾ ਲਓ। ਤੁਸੀਂ ਮੈਨੂੰ ਗੁਰੂ ਮੰਨੋਗੇ, ਜ਼ਮਾਨਾ ਤੁਹਾਡੀ ਪੂਜਾ ਕਰੇਗਾ,
ਕਿਤੇ ਨਾ ਕਿਤੇ ਮੈਂ ਸਿਰਮੌਰ ਹੋਵਾਂਗਾ, ਸੁਪਰੀਮ ਹੋਵਾਂਗਾ। ਪਰ ਗੁਰੂ ਸਾਹਿਬ ਕਹਿੰਦੇ ਤੂੰ ਹੰਕਾਰਿਆ ਫਿਰਦਾ ਹੈ, ਤੂੰ ਭੁੱਲਿਆ ਫਿਰਦਾ ਹੈ, ਤੈਨੂੰ ਰੱਬ ਦਾ ਭੈ ਨਹੀਂ। ਕਵਿਤ ਮਲ ਮੂਤ ਦੇਹ ਤੇਰੀ, ਮਾਨ ਲੇਹ ਬਾਤ ਮੇਰੀ। ਕਾਇਰ ਜਿਉ ਧਾਮ ਬੋਲ, ਖੋਲਤ ਨਿਲਾਜ ਹੈ। ਸਤਿਗੁਰ ਕਹਿੰਦੇ ਉਹ ਗੋਰਖਾ, ਗੱਲਾਂ ਤੂੰ ਕਰਦਾ, ਤੇਰਾ ਮਲ ਮੂਤ ਦਾ ਸਰੀਰ ਹੈ। ਆ ਜਿਹੜਾ ਸਾਡਾ ਸਰੀਰ ਹੈ ਮਿੱਟੀ ਤੋਂ ਬਣਿਆ, ਭੋਜਨ ਤੋਂ ਬਣਿਆ, ਇਹਦੀ ਔਕਾਤ ਕੀ ਹੈ? ਉਹ ਲੱਖ ਗੱਲ ਹੈ ਜੀ, ਬੰਦਾ ਦਾਬੇ ਮਾਰਦਾ ਫਿਰੇ, ਮੈਂ ਵੱਡਾ, ਮੈਂ ਅਮੀਰ, ਮੈਂ ਸਿਆਣਾ। ਕੀ ਹੈ ਕਿਹਦੇ ਪੱਲੇ? ਜਿੱਡਾ ਮਰਜ਼ੀ ਅਮੀਰ ਹੋਵੇ ਜੀ, ਲਾਸ਼ 2 ਦਿਨ ਤੋਂ ਵੱਧ ਸੜਨ ਲੱਗ ਜਾਂਦੀ ਹੈ, ਚਾਹੇ ਅਮੀਰ ਦੀ ਹੈ ਚਾਹੇ ਗਰੀਬ ਦੀ। ਇਹ ਬੰਦੇ ਦੀ ਹਸਤੀ ਹੈ, ਬੰਦੇ ਦੀ ਔਕਾਤ ਸਿਰਫ ਇੰਨੀ ਕੁ ਹੈ, ਮਿੱਟੀ ਤੋਂ ਬਣਿਆ, ਮਿੱਟੀ 'ਚ ਢਹਿ ਜਾਣਾ ਹੈ। ਪਰ ਮਿੱਟੀ ਦੀ ਕੱਟ ਪੁਤਲੀ ਕਹਿੰਦੀ ਆ ਵੀ ਮੇਰੇ ਵਰਗਾ ਹੀ ਕੋਈ ਨਹੀਂ। ਗੁਰਬਾਣੀ ਨੇ ਸਾਰੀ ਨੇ ਤੇ ਇਹੀ ਸਮਝਾਇਆ, ਕਹਿੰਦੇ ਮਿੱਟੀ ਦੇ ਆ ਭਾਂਡਿਆ, ਮਿੱਟੀ ਦੇ ਆ ਘੜਿਆ, ਤੇਰੀ ਔਕਾਤ ਕੀ ਹੈ? ਤੂੰ ਕਿਹੜੀ ਹਵਾ 'ਚ ਤੁਰਿਆ ਫਿਰਦਾ ਹੈ? ਤੂੰ ਪਾਣੀ ਨੂੰ ਵੱਡਾ ਮੰਨਦਾ ਹੈ, ਪਾਣੀ ਕੀ ਸਮਾਜੇਗਾ? ਮਿੱਟੀ ਬੇਸ਼ੱਕ ਵੱਡੀ ਆ, ਪਰ ਪਾਣੀ ਵਿੱਚ ਘੁਲ ਕੇ ਗਾਰਾ ਬਣ ਜਾਂਦੀ ਹੈ। ਬੰਦੇ ਦੀ ਹਸਤੀ ਆਪਣੀ ਕੋਈ ਨਹੀਂ। ਮਹਾਰਾਜ ਕਹਿੰਦੇ ਤੇਰੀ ਮਲ ਮੂਤਰ ਦੀ ਦੇਹ ਹੈ, ਤੂੰ ਗੱਲਾਂ ਵੱਡੀਆਂ ਵੱਡੀਆਂ ਕਰਦਾ ਹੈ। ਆ ਗੱਲਾਂ ਗੋਰਖ ਨੂੰ ਕਹਿ ਦੇਗਾ ਕੋਈ ਜੀ? ਜੰਮਿਆ ਨਹੀਂ ਸੀ ਦੁਨੀਆ ਤੇ ਗੋਰਖਨਾਥ ਦੇ ਸਾਹਮਣੇ ਬੋਲਣ ਵਾਲਾ। ਵੱਡੇ ਵੱਡੇ ਰਾਜਿਆਂ ਦੇ ਘਰ ਜਾ ਕੇ ਅਲੱਖ ਜਗਾਉਂਦਾ ਸੀ ਤੇ ਰਾਜੇ ਚਰਨ ਫੜ ਲੈਂਦੇ ਸੀ ਗੋਰਖਨਾਥ ਦੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਉਹਨੂੰ ਤਾੜ ਬੋਲਦੇ। ਕਿਉਂ? ਉਹਨੇ ਲਿਹਾਜ਼ ਨਹੀਂ ਕੀਤੀ, ਕੋਈ ਸਨਮਾਨ ਨਹੀਂ ਕੀਤਾ ਕੋਈ। ਗੁਰੂ ਸਾਹਿਬ ਕਿਸੇ ਹੱਦ ਤੱਕ ਇੱਜ਼ਤ ਕਰਦੇ ਆ, ਸਤਿਕਾਰ ਕਰਦੇ ਆ, ਪਿਆਰ ਕਰਦੇ ਆ। ਤੇ ਕੋਈ ਬੰਦਾ ਤੁਹਾਨੂੰ ਓਏ ਓਏ ਕਰਕੇ ਬੋਲੇ ਤੇ ਕਦੋਂ ਤੱਕ ਜੀ ਆਖੋਗੇ? ਲਿਮਿਟ ਹੁੰਦੀ ਹੈ, ਲਿਮਿਟੇਸ਼ਨ ਹੁੰਦੀ ਕੋਈ। ਪਰ ਇੱਕ ਵਕਤ ਐਸਾ ਆਉਂਦਾ ਬੰਦਾ ਗਲ ਵੀ ਫੜ ਲੈਂਦਾ, ਕਹਿੰਦਾ ਹੁਣ ਬੋਲ ਕੇ ਵਿਖਾ। ਵੱਡਾ ਹੋਏਗਾ ਆਪਣੇ ਘਰੇ ਹੋਏਗਾ, ਸਿਆਣਾ ਹੋਏਗਾ ਆਪਣੇ ਘਰ ਹੋਏਗਾ, ਬੋਲ ਇੰਨੇ ਲੋਕਾਂ 'ਚ ਬੋਲੇਗਾ? ਕੋਈ ਨਹੀਂ ਪੁੱਛਦਾ। ਗੋਰਖਨਾਥ ਨੇ ਰੁੱਖੇ ਸ਼ਬਦ ਵਰਤੇ ਸੀ ਗੁਰੂ ਨਾਨਕ ਸਾਹਿਬ ਜੀ ਦੇ ਲਈ, ਤੇ ਗੁਰੂ ਬਾਬਾ ਜੀ ਕਹਿੰਦੇ ਓਏ ਭੁੱਲੇ ਹੋਏ ਹੰਕਾਰਿਆ, ਤੇਰੇ ਕੋਲ ਇੱਕ ਪਲ ਦੀ ਕਦੇ ਸ਼ਾਂਤੀ ਨਹੀਂ। ਦੇਖੋ ਜਾਏ ਆਗੇ ਕੈਸੇ, ਤਹਾਂ ਦੁਖ ਲਾਗੇ ਤੋਹੇ। ਐਸੇ ਹੋ ਜਾਨੋ ਪੈ, ਦੇਖ ਕਰ ਭਾਜ ਹੈ। ਫਿਰ ਗੋਰਖ ਸਤਿਗੁਰਾਂ ਨੂੰ ਕਹਿੰਦਾ ਕਿ ਤੁਹਾਡਾ ਵੀ ਤੇ ਮਿੱਟੀ ਦਾ ਸਰੀਰ ਹੈ, ਜਾ ਕੇ ਵਿਖਾਓ ਅੱਗੇ ਕੀ ਕਰੋਗੇ? ਇੱਥੇ ਤੱਕ ਪਤਾ ਨਹੀਂ ਤੁਸੀਂ ਕਿਵੇਂ ਆ ਗਏ, ਅੱਗੇ ਮੌਤ ਖੜੀ ਹੈ ਤੁਹਾਡੀ। ਭਾਈ ਮਰਦਾਨਾ ਚੁੱਪ, ਭਾਈ ਵਾਲਾ ਮੁਸਕਰਾ ਰਹੇ ਨੇ ਵੇਖ ਕੇ, ਕਿਉਂਕਿ ਸਤਿਗੁਰਾਂ ਨੇ ਕਿਹਾ ਸੀ ਤੁਸੀਂ ਨਾ ਬੋਲੇ। 84 ਦੇ 84 ਸਿੱਧ ਸੁਮੇਰ ਦੀ ਸ਼੍ਰਿੰਖਲਾ ਤੇ ਬੈਠੇ ਆ, ਪਰ ਕੁਝ ਸਿੱਧ ਨਾਲ ਖੜੇ ਵੇਖਦੇ ਆ ਵੀ ਸਾਡੇ ਗੁਰੂ ਦੇਵ ਕੀ ਕਹਿੰਦੇ ਆ। ਪਰ ਹੈਰਾਨੀ ਇਸ ਗੱਲ ਦੀ ਹੈ, ਜਿਨ੍ਹਾਂ ਨੂੰ ਦਬਾਉਣ ਆਏ ਉਹ ਦਬਦੇ ਕਿੱਥੇ ਗਏ? ਉਹਦੇ ਬੇਪਰਵਾਹ ਹੋ ਕੇ ਬੋਲਦੇ। ਉਹਨਾਂ ਦਾ ਹੀ ਘਰ ਹੈ, ਉਹਨਾਂ ਦਾ ਹੀ ਇਲਾਕਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਤੁਹਾਡੇ ਵਿੱਚ ਦਮ ਹੈ, ਤੁਹਾਡੇ ਵਿੱਚ ਜ਼ੋਰ ਹੈ, ਝੁਕਾ ਕੇ ਵੇਖ ਲਓ। ਕਿਉਂਕਿ ਉਹ ਕਹਿੰਦਾ ਸੀ ਵੀ ਮੈਂ ਤੁਹਾਨੂੰ ਆਪਣਾ ਚੇਲਾ ਬਣਾਉਣਾ, ਕੰਨੀ ਮੁੰਦਰਾਂ ਪਵਾਉਣੀਆਂ, ਹੱਥ ਠੂਠਾ ਬਣਾਉਣਾ ਹੈ, ਤੁਸੀਂ ਗੋਰਖ ਦੇ ਚੇਲੇ ਬਣੋਗੇ। ਇਹ ਹੋ ਸਕਦਾ ਹੈ? ਜਿਨ੍ਹਾਂ ਦਾ ਗੁਰੂ ਆਦਿ ਪੁਰਖ ਅਕਾਲ ਪੁਰਖ ਹੋਵੇ, ਜੋ ਆਪ ਪਰਿਪੂਰਨ ਹੋਣ, ਮਾਣ ਮਰਿਆਦਾ ਹੰਕਾਰ ਤੋਂ ਰਹਿਤ ਹੋਣ, ਉਹਨਾਂ ਨੂੰ ਕੋਈ ਕੀ ਬਦਲ ਸਕਦਾ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੂੰ ਇਹ ਭੁਲੇਖਾ ਛੱਡ ਦੇ। ਕਹਿੰਦਾ ਨਹੀਂ, ਤੁਸੀਂ ਸੁਮੇਰ ਪਰਬਤ ਤੇ ਆ ਕੇ ਕੈਲਾਸ਼ ਤੇ ਨਹੀਂ ਜਾ ਸਕਦੇ, ਇਹ ਤੋਂ ਅੱਗੇ ਸਵਰਗਾਂ ਨੂੰ ਤੁਹਾਡੇ ਤੋਂ ਜਾ ਨਹੀਂ ਹੋਣਾ। ਹੁਣ ਦੇਖ ਤੇਰਾ ਐਸੋ, ਅੱਗੇ ਨਹਿ ਹੀਰਾ ਕਬ। ਉਠ ਹਠ ਤਿਆਗ ਦੀਜੈ, ਮਨ ਹੋਏ ਸ਼ੁਭ ਕਾਜ ਹੈ। ਤੇ ਥੋੜਾ ਜਿਹਾ ਨਰਮ ਹੋ ਕੇ ਜਦੋਂ ਵੇਖਿਆ ਵੀ ਇਹ ਡਰਦੇ ਨਹੀਂ, ਕਿਉਂਕਿ ਦੁਨੀਆ ਇੰਨੀ ਕਜੋਗੀ ਹੁੰਦੀ ਹੈ, ਬੰਦਾ ਨਾ ਹਰੇਕ ਨੂੰ ਦਾਬਾ ਜਾ ਮਾਰ ਕੇ ਚੈੱਕ ਕਰਦਾ ਵੀ ਜੇ ਤੇ ਡਰ ਗਿਆ ਤੇ ਦਬਾ ਲਓ, ਜੇ ਆਕੜ ਗਿਆ ਹੱਥ ਮਿਲਾ ਲਓ, ਜੇ ਫਿਰ ਸਿਰ ਪੈ ਗਿਆ ਪੈਰ ਫੜ ਲਓ। ਜਦੋਂ ਗੋਰਖਨਾਥ ਨੇ ਵੇਖਿਆ ਵੀ ਇਹ ਡਰਦੇ ਨਹੀਂ, ਘਬਰਾਉਂਦੇ ਨਹੀਂ, ਥੋੜਾ ਜਿਹਾ ਨਰਮ ਹੋ ਕੇ ਕਹਿੰਦਾ ਬੱਚਿਓ ਕਿਉਂ ਹੱਥ ਕਰਦੇ ਹੋ? ਮੰਨ ਲਓ ਗੱਲ ਮੇਰੀ, ਮੈਂ ਕਹਿੰਦਾ ਤੁਹਾਡੀ ਜ਼ਿੰਦਗੀ ਬਚ ਜੂਗੀ, ਅੱਗੇ ਨਾ ਜਾਓ। ਨਰਮ ਹੋ ਕੇ ਸਿੱਧਾਂ ਦੀ ਮੰਡਲੀ ਚ ਆ ਜਾਓ, ਵੱਡਾ ਰੁਤਬਾ ਦੇ ਦਿਆਂਗੇ। ਅੱਜ ਮੈਂ ਰਾਜਨੀਤੀ ਚ ਨਹੀਂ ਕਹਿੰਦੇ ਉਹ ਛੱਡ ਫਲਾਣੀ ਪਾਰਟੀ ਸਾਡੇ ਚ ਆ ਜਾ, ਚੇਅਰਮੈਨ ਬਣਾ ਦਿਆਂਗੇ, ਫਲਾਣਾ ਮੰਤਰਾਲਾ ਦੇ ਦਿਆਂਗੇ। ਤੇ ਧਰਮ ਦੀ ਦੁਨੀਆ 'ਚ ਵੀ ਕੁਝ ਹੁੰਦਾ ਹੈ,
ਪਰ ਜੇ ਦੁਨੀਆ ਧਰਮ ਦੀ ਸੱਚੀ ਹੈ, ਸੱਚ ਨਾਲ ਜੁੜੀ ਹੈ, ਤੇ ਇਹਨਾਂ ਚੀਜ਼ਾਂ ਦੀ ਉੱਥੇ ਕੋਈ ਮਹਾਨਤਾ ਨਹੀਂ। ਸਿੱਧ ਕਹਿੰਦੇ ਰੁਤਬਾ ਦੇ ਦੇਂਗੇ ਤੈਨੂੰ, ਰੁਤਬਾ ਦੇ ਕੇ ਗੁਰੂ ਬਣਾਉਣਗੇ ਇਲਾਕਿਆਂ ਦਾ। ਕੋਈ ਕਿਹੜੇ ਖੰਡ ਦਾ ਗੁਰੂ ਬਣਾਤਾ ਸਿੱਧਾਂ ਨੇ, ਕਿਸੇ ਨੂੰ ਕਿਸੇ ਦਾ ਬਣਾਤਾ, ਕੋਈ ਕਿਸੇ ਖੰਡ ਦਾ ਗੁਰੂ। ਲੋਕੀ ਗੁਰੂ ਮੰਨਦੇ ਸੀ ਉਹਨਾਂ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗਿਆ ਹੱਥ ਛੱਡ ਦਿਓ ਆਪਣਾ, ਕਿਉਂ ਤੁਸੀਂ ਮੇਰੇ ਸਾਹਮਣੇ ਬੋਲ ਰਹੇ ਹੋ। ਮੈਂ ਤੇ ਇਹੀ ਸਮਝਾਉਂਦਾ, ਹੱਥ ਛੱਡ ਕੇ ਕੰਨੀ ਮੁੰਦਰਾ ਪਾ ਲਓ, ਗੋਰਖ ਗੋਰਖ ਜਪਿਆ ਕਰੋ। ਬਾਕੀ ਸਿੱਧ ਵੀ ਤੇ ਤੁਹਾਡੇ ਵਰਗੇ ਆ। ਗੁਰੂ ਨਾਨਕ ਸਾਹਿਬ ਮਰਜ ਮੁਸਕਰਾਈ ਜਾਣ, ਹੱਸੀ ਜਾਣ, ਪਰ ਕਹਿੰਦਾ ਇੱਕ ਗੱਲ ਦੱਸੋ, ਆਏ ਕਿੱਥੋਂ ਤੁਸੀਂ? ਫਿਰ ਪੁੱਛਦੇ ਆਪਣੇ ਨਾਮ ਬਾਰੇ ਵੀ ਦੱਸੋ, ਕਿਉਂਕਿ ਤੁਹਾਡੇ ਵਿੱਚ ਇੰਨਾ ਬਲ ਹੈ, ਤੁਸੀਂ ਮੇਰੀ ਪਰਵਾਹ ਨਹੀਂ ਕਰਦੇ, ਮੇਰੇ ਸਨਮੁਖ ਬੋਲਦੇ ਹੋ। ਰਾਮ ਜਦ ਪਤ ਆਦ ਤਿਨੋ ਜਗ ਗੁਰੂ ਆਏ, ਤੁਮ ਕਿਉਂ ਨਾ ਕਰੋ ਪ੍ਰਤਾਪ ਵੱਡੋ ਛਾਜ ਹੈ। ਸਤਿਗੁਰਾਂ ਨੂੰ ਰੋਕ ਕੇ ਕਹਿੰਦਾ ਇੱਥੇ ਰਾਮਚੰਦਰ ਆਏ, ਲੋਕੀ ਰੱਬ ਕਹਿੰਦੇ ਸੀ, ਉਹਨਾਂ ਗੁਰੂ ਨਹੀਂ ਬਣਾਇਆ। ਇੱਥੇ ਕ੍ਰਿਸ਼ਨ ਆਏ, ਕਿ ਕ੍ਰਿਸ਼ਨ ਨੇ ਗੁਰੂ ਧਾਰਨ ਨਹੀਂ ਕੀਤਾ? ਸਤਿਗੁਰਾਂ ਨੂੰ ਅਸੀਂ ਸਿੱਧਾਂ ਦੇ ਵੀ ਗੁਰੂ ਨੇ। ਕੋਈ ਮਸ਼ਿੰਦਰਨਾਥ, ਗੋਰਖਨਾਥ, ਕਿਸੇ ਦਾ ਕੋਈ, ਕਿਸੇ ਦਾ ਕੋਈ। ਦੁਨੀਆ ਤੇ ਹਰ ਬੰਦੇ ਦਾ ਕੋਈ ਨਾ ਕੋਈ ਗੁਰੂ ਹੁੰਦਾ ਹੈ। ਕਹਿੰਦਾ ਜੇ ਤੁਸੀਂ ਰੱਬ ਦੇ ਅਵਤਾਰ ਹੋ ਨਾ, ਗੁਰੂ ਬਿਨਾਂ ਅਧੂਰੇ ਹੋ। ਬੱਚਿਓ ਗੱਲ ਮੰਨ ਲਓ, ਵੇਖੋ ਸਾਡੀਆਂ ਹਜ਼ਾਰਾਂ ਸਾਲਾਂ ਦੀਆਂ ਉਮਰਾਂ ਨੇ, ਸਾਨੂੰ ਕੋਈ ਮਾਰ ਨਹੀਂ ਸਕਦਾ। ਕਬਿਤ ਨਾਮ ਕੇ ਪ੍ਰਤਾਪ ਸੋ, ਪਵਿੱਤਰ ਦੇ ਭਈ ਮੇਰੀ, ਕਾਇਰ ਹੈ ਸੋ ਤੁਝੇ ਜੈਸੇ ਬਿਨ ਲਾਏ ਹੈ। ਗੁਰੂ ਨਾਨਕ ਸਾਹਿਬ ਹੱਸ ਕੇ ਕਹਿੰਦੇ ਹੋ, ਗੋਰਖਾ ਤੂੰ ਸਾਨੂੰ ਕਾਇਰ ਦੱਸਦਾ? ਓਏ ਅਸੀਂ ਤੇ ਆਪਣੀ ਜ਼ਿੰਦਗੀ ਨਾਮ ਦੇ ਲੇਖੇ ਲਾਤੀ। ਜੀਵਨ ਸਾਡਾ ਨਾਮ ਹੈ, ਸਰੀਰ ਸਾਡਾ ਨਾਮ ਹੈ, ਇਹਨੂੰ ਅਸੀਂ ਛੱਡ ਦਿੱਤਾ। ਇਹ ਕੀ ਹੈ? ਤੂੰ ਕੌਣ ਹੈ? ਸਾਨੂੰ ਨਾਮ ਜਪਾਉਣ ਵਾਲਾ। ਇਹ ਬਚਨ ਕਿਹਦੇ ਤਾਈ ਨੇ ਜੀ? ਹੁਣ ਇੱਕ ਬੰਦਾ ਤੁਹਾਡੇ ਕੋਲ ਆਪਣੇ ਆਪ ਨੂੰ ਆਖੇ ਵੀ ਮੈਂ ਬਹੁਤ ਪੜ੍ਹਿਆ ਲਿਖਿਆ ਜੀ, ਹੁਣ ਇੱਕ ਚੁੱਪ ਕਰਿਆ ਬੈਠੇ ਵੀ ਚੱਲ ਕੀ ਬਹਿਸ ਕਰਨੀ ਇਹਦੇ, ਕੀ ਕਹਿਣਾ ਹੈ, ਦੁਨੀਆ ਪੜ੍ਹੀ ਫਿਰਦੀ, ਕੋਈ ਵੱਡੀ ਗੱਲ ਹੈ। ਪਰ ਇੱਕ ਹਟੇ ਨਾ ਤੁਹਾਡੇ ਤੇ ਆਪਣੀ ਵਿਦਵਾਨੀ ਦਾ ਘੋਟਾ ਲਾਉਣੋਂ, ਬਾਰ-ਬਾਰ ਡੀਗ੍ਰੇਡ ਕਰੇ, ਬਾਰ-ਬਾਰ ਨੀਚਾ ਵਿਖਾਏ, ਤੇ ਬੰਦਾ ਕਹਿੰਦਾ ਪੁੱਤ ਆ ਜਾ ਬਹਿ ਜਾ, ਆ ਹੁਣ ਬੋਲ। ਉਹ ਜਿਹੜੇ ਹਿਸਾਬ ਨਾਲ ਗੱਲ ਕਰੂ ਤੁਸੀਂ ਉਸੇ ਟੋਨ 'ਚ ਬੋਲੋਗੇ। ਕੋਈ ਉੱਚਾ ਬੋਲਦਾ, ਉੱਚਾ ਬੋਲਣਾ ਪੈਂਦਾ, ਕਿਉਂਕਿ ਕੋਈ ਤੁਹਾਡੇ ਸਾਹਮਣੇ ਉੱਚਾ ਬੋਲੇ, ਤੁਸੀਂ ਹਾਂਜੀ ਹਾਂਜੀ ਕਰੋ, ਲੋਕ ਕਹਿੰਦੇ ਯਾਰ ਡਰ ਗਿਆ ਇਹ। ਵਿਸ਼ਵਾਸ, ਭਰੋਸਾ ਰੱਬ ਤੇ ਇਹ ਵੀ ਹੋਣਾ ਚਾਹੀਦਾ, ਕੌਨਫੀਡੈਂਸ ਇਹ ਵੀ ਹੋਣਾ ਚਾਹੀਦਾ। ਲੈਵਲ ਕਿੰਨਾ ਹੈ? ਗੁਰੂ ਨਾਨਕ ਸਾਹਿਬ ਦੱਬ ਹੀ ਨਹੀਂ ਰਹੇ ਉਹਦੇ ਤੋਂ। ਦਬਣ ਕਿਉਂ ਬਾਈ? ਦੇਣਾ ਕੁਝ। ਸਤਿਗੁਰ ਕਹਿੰਦੇ ਤੇਰੇ ਵਰਗੇ ਕਿੰਨੇ ਆਏ, ਕਿੰਨੇ ਤੁਰ ਗਏ, ਤੂੰ ਨਾਮ ਦੀਆਂ ਗੱਲਾਂ ਕਰਦਾ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਆ ਪਰਮੇਸ਼ਰ ਦੇ ਨਾਮ ਤੋਂ ਧਰਤੀ, ਖੰਡ, ਬ੍ਰਹਿਮੰਡ ਸਭ ਕੁਝ ਬਣਿਆ ਹੋਇਆ ਹੈ। ਤੇ ਜਿਸ ਮਨੁੱਖ ਨੇ ਉਹਦਾ ਨਾਮ ਰੱਬ ਦਾ ਜਪ ਲਿਆ, ਉਹਦੀ ਜਾਤ ਕਿਹੜੀ ਹੈ? ਫਿਰ ਸਰੀਰ ਕਿਹੜਾ ਹੈ? ਉਹਦਾ ਰੂਪ ਕੋਈ ਨਹੀਂ। ਦੇਖਨੇ ਕੀ ਇੱਛਾ ਉਰ, ਦੇਖੇ ਆਗੇ ਜਾਏ ਦੂਰ, ਬੋਲ ਕੇ ਡਰਾਵੇ ਨਹਿਆ ਤੇ ਹਟ ਜਾਏ ਹੈ। ਗੋਰਖਨਾਥ ਆਪਣੀ ਸਿਲਾ ਤੋਂ ਪੱਥਰ ਤੋਂ ਉੱਠ ਕੇ ਸਤਿਗੁਰਾਂ ਦੇ ਕਰੀਬ ਆ ਗਿਆ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਵੱਡੇ ਪੱਥਰ ਤੇ ਬੈਠੇ, ਭਾਈ ਬਾਲਾ ਮਰਦਾਨਾ ਮਹਾਰਾਜ ਦੇ ਨਾਲ ਬਹਿ ਗਏ। ਕਹਿੰਦਾ ਚਲੋ ਠੀਕ ਹੈ, ਤੁਸੀਂ ਨਹੀਂ ਮੰਨਦੇ ਮੇਰੀ, ਜਾਓ ਫਿਰ ਅੱਗੇ। ਇਹ ਕੀ ਹੈ? ਇੱਕ ਦਾਬਾ, ਇੱਕ ਡਰਾਬਾ, ਵੀ ਕਿਸੇ ਨੂੰ ਇੰਨਾ ਕੁ ਡਰਾ ਦਿਓ, ਜਾ ਕੇ ਵਿਖਾ ਫਿਰ ਜਾਇਆ। ਬੰਦਾ ਕਹਿੰਦਾ ਛੱਡ ਯਾਰ ਮੈਂ ਕੀ ਕਰਨ ਜਾਣਾ ਹੈ। ਗੁਰੂ ਸਾਹਿਬ ਨੂੰ ਕਹਿੰਦਾ ਜਾਓ ਫਿਰ ਅੱਗੇ, ਪਰ ਯਾਦ ਕਰੋਗੇ ਅੱਗੇ ਜਾ ਕੇ, ਜਦੋਂ ਪਛਤਾਓਗੇ ਵੀ ਗੋਰਖਨਾਥ ਦੇ ਚੇਲੇ ਬਣ ਜਾਂਦੇ ਤੇ ਜ਼ਿੰਦਗੀ ਬਚ ਜਾਂਦੀ। ਕਿੰਨਾ ਜ਼ੋਰ ਲੱਗਾ ਹੋਇਆ ਹੈ। ਅੱਜ ਵੀ ਤੇ ਆਹੀ ਹਾਲ ਹੈ। ਕੋਈ ਕਹਿੰਦਾ ਰਾਮ ਰਾਮ ਕਹਿ ਜੈ ਸ਼੍ਰੀ ਰਾਮ, ਦੂਜਾ ਕਹਿੰਦਾ ਨਹੀਂ ਅੱਲਾਹੂ ਅਕਬਰ ਕਹਿ, ਕੋਈ ਕਹਿੰਦਾ ਹਾਲੇਲੂਇਆ ਬੋਲ। ਇਹ ਕੀ ਹੈ? ਧੱਕਾ ਹੀ ਹੈ। ਰੱਬ ਦਾ ਨਾਮ ਏਦਾਂ ਹੀ ਬਾਣੀ ਤੇ ਸਪਸ਼ਟ ਕਹਿੰਦੀ ਹੈ, ਕੰਚਨ ਸਿਓ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਉਹ ਰੱਬ ਤੇ ਭਾਈ ਆਪਾਂ ਵੇਚਿਆਂ ਤੋਂ ਮਿਲਦਾ, ਡਰਾਮੇ ਕਰਿਆ ਕਿੱਥੋਂ ਮਿਲਦਾ? ਤੁਸੀਂ ਕਿਸੇ ਨੂੰ ਧੱਕੇ ਨਾਲ ਧਰਮੀ ਬਣਾ ਸਕਦੇ? ਨਹੀਂ, ਬਿਲਕੁਲ ਨਹੀਂ ਬਣਾ ਸਕਦੇ। ਹਾਂ, ਗੁਰੂ ਦੀ ਕਿਰਪਾ ਹੋਵੇ ਤੇ ਕੋਈ ਬਣ ਸਕਦਾ ਹੈ, ਤੁਹਾਡੀ ਮਿਹਨਤ ਹੋਵੇ ਤੇ ਅਗਲੇ ਦਾ ਮਨ ਹੋਵੇ। ਧੱਕੇ ਨਾਲ ਕਿਸੇ ਬੱਚੇ ਨੂੰ ਅੰਮ੍ਰਿਤ ਛਕਾ ਦਿਓ, ਚੌਥੇ ਦਿਨ ਵਾਲ ਕਟਾਈ ਫਿਰਦਾ, ਕਿੰਨੇ ਤੁਰੇ ਫਿਰਦੇ ਆ ਜੀ। ਧੱਕੇ ਨਾਲ ਮੁਸਲਮਾਨ ਬਣਾ ਦਿਓ, ਉਹ ਧਰਮ ਛੱਡ ਜਾਂਦਾ ਹੈ। ਧੱਕੇ ਨਾਲ ਹਿੰਦੂ ਬਣਾ ਦਿਓ, ਉਹ ਛੱਡ ਜਾਂਦਾ ਹੈ। ਜਿਹੜਾ ਮਨ ਕਰਕੇ ਜੁੜਦਾ ਨਾ ਅੰਦਰੋਂ,
ਉਹ ਬੰਦ ਕਟਾ ਲੈਂਦਾ, ਧਰਮ ਤੋਂ ਦੂਰ ਨਹੀਂ ਹੁੰਦਾ। ਹੁਣ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਕੀ ਕਹਿਣਾ ਚਾਹੁੰਦਾ ਹੈ ਗੋਰਖ, ਵੀ ਜੇ ਕਿਤੇ ਮੇਰੇ ਤੋਂ ਡਰ ਕੇ ਦਬ ਕੇ ਇਹ ਮੇਰੇ ਚੇਲੇ ਬਣ ਜਾਣ, ਸ਼ਿਸ਼ ਬਣ ਜਾਣ ਨਾ, ਤੇ ਪੂਰੀ ਦੁਨੀਆ ਦੇ ਵਿੱਚ ਇਹ ਮੇਰਾ ਪ੍ਰਚਾਰ ਕਰਨਗੇ, ਪੂਰੀ ਮਨੁੱਖਤਾ ਦੇ ਵਿੱਚ। ਇਹੀ ਕਾਰਨ ਸੀ ਜਦ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕਰਨ ਵਾਸਤੇ ਔਰੰਗਜ਼ੇਬ ਨੇ ਖਿਆਲ ਬਣਾਇਆ। ਕਿਉਂ ਬਣਾਇਆ ਬਈ? ਵੀ ਪੂਰੀ ਮਨੁੱਖਤਾ, ਪੂਰਾ ਹਿੰਦੁਸਤਾਨ ਗੁਰੂ ਸਾਹਿਬ ਦੇ ਪਿੱਛੇ ਆ। ਜੇ ਗੁਰੂ ਸਾਹਿਬ ਜੀ ਨੇ ਇਸਲਾਮ ਕਬੂਲ ਕਰ ਲਿਆ, ਸਾਰਾ ਹਿੰਦੁਸਤਾਨ ਇਹਨਾਂ ਦੀ ਗੱਲ ਮੰਨਦਾ। ਹਿੰਦੂਆਂ ਨੇ ਕਹਿਤਾ ਵੀ ਜੇ ਇਹ ਮੁਸਲਮਾਨ ਬਣ ਗਏ ਅਸੀਂ ਬਣ ਜਾਵਾਂਗੇ। ਹੁਣ ਇਹ ਦੱਸੋ ਜੀ, ਲੱਖਾਂ ਲੋਕਾਂ ਤੇ ਜ਼ੋਰ ਅਜਮਾਉਣਾ ਸਿਆਣਪ ਹੁੰਦੀ ਜਾਂ ਇੱਕ ਨੂੰ ਝੁਕਾ ਲੈਣਾ ਸਿਆਣਪ ਸੌਖਾ? ਇੱਕ ਨੂੰ। ਤੇ ਉਹ ਗੁਰੂ ਸਾਹਿਬ ਨੂੰ ਮੁਸਲਮਾਨ ਬਣਾਉਣ ਵਾਸਤੇ ਜ਼ੋਰ ਲਾਉਂਦੇ ਸੀ, ਸੀਨਾ ਜੋਰੀ ਕਰਦੇ ਸੀ ਵੀ ਜੇ ਇਹ ਝੁਕ ਗਏ ਤੇ ਸਾਰੇ ਝੁਕ ਜਾਣਗੇ। ਹੂਬਹੂ ਗੋਰਖ ਵੀ ਉਹੀ ਕਰਦਾ ਵੀ ਮੈਨੂੰ ਦੁਨੀਆ 'ਚ ਜਾ ਕੇ ਘਰ ਘਰ ਆਪਣੇ ਧਰਮ ਦਾ ਪ੍ਰਚਾਰ ਨਹੀਂ ਕਰਨਾ ਪੈਣਾ। ਜੇ ਮੈਂ ਗੁਰੂ ਬਾਬਾ ਗੁਰੂ ਨਾਨਕ ਪਾਤਸ਼ਾਹ ਨੂੰ ਆਪਣਾ ਸਿੱਧ ਬਣਾ ਲਿਆ ਨਾ, ਇਹਨਾਂ ਪੂਰੇ ਬ੍ਰਹਿਮੰਡ ਵਿੱਚ ਗੋਰਖ ਕਰਾ ਦੇਣੀ ਹੈ। ਹਉਮੈ ਹੈ, ਹੰਕਾਰ ਹੈ। ਇਹੀ ਹੰਕਾਰ ਕੱਢਣ ਸਤਿਗੁਰ ਇੱਥੇ ਆਏ ਨੇ। ਵੇਖ ਏਕੰਕਾਰੀ ਨਿਤ ਆਦ ਅੰਤ ਹੋਤ ਸਤ, ਤਹਾਂ ਕੀ ਪਹੁੰਚ ਨਹਿ ਕੈਸੇ ਸਮਝਾਏ ਹੈ। ਗੁਰੂ ਨਾਨਕ ਸਾਹਿਬ ਅੱਗੋਂ ਜਵਾਬ ਦਿੰਦੇ ਆ, ਕਹਿੰਦੇ ਸਾਡਾ ਜਿਹੜਾ ਲਿਬਾਸ ਆ ਨਾ, ਉਹ ਪੁੱਛਦਾ ਸੀ ਤੁਸੀਂ ਕਿਹੜੇ ਲਿਬਾਸ ਚੋਂ, ਪੰਡਤ ਹੋ, ਖੱਤਰੀ ਹੋ, ਹਿੰਦੂ ਹੋ, ਕਿਹਨਾਂ ਚੋਂ, ਜਾਂ ਸੰਨਿਆਸੀ ਬਨਪ੍ਰਸਤ। ਮਰਦ ਕਹਿੰਦੇ ਸਾਡਾ ਬੇਸ ਇੱਕ ਓੰਕਾਰ ਹੈ, ਮਤਲਬ ਲਿਬਾਸ ਵੀ ਪਰਮੇਸ਼ਰ ਹੀ ਹੈ, ਸਰੀਰ ਵੀ ਪਰਮੇਸ਼ਰ ਹੈ। ਕਹਿੰਦੇ ਭਾਈ ਉਹਦੀ ਰਜ਼ਾ 'ਚ ਆਏ ਆ, ਉਹਦੀ ਰਜ਼ਾ 'ਚ ਤੁਰ ਜਾਾਂਗੇ, ਜੋ ਉਹ ਕਰਾਏਗਾ ਉਹੀ ਕਰਾਂਗੇ। ਜੇ ਉਹ ਨਾਲ ਖੜਿਆ ਤੇ ਤੇਰੇ ਵਰਗਿਆਂ ਦਾ ਭਾਉ ਕੀ ਆਖੋ, ਸਤਿਨਾਮ ਡਰ ਕੀ ਹੈ। ਹੁਣ ਐਡਾ ਜਿਗਰਾ ਕੌਣ ਰੱਖ ਸਕਦਾ ਜੀ? ਨਾਮ ਜਪਣ ਵਾਲੀ ਰੂਹ ਵੱਡੇ ਵੱਡੇ ਜ਼ਾਲਮਾਂ ਨੂੰ ਵੰਗਾਰ ਦਿੰਦੀ ਹੈ। ਤੇ ਗੱਲਾਂ ਬਾਤਾਂ ਵਾਲੇ, ਕੜਾਹ ਬਣਾਉਣ ਵਾਲੇ ਗੱਲਾਂ ਬਾਤਾਂ ਦਾ ਉਹ ਤੇ ਕੰਮ ਪਈ ਲੱਭਦੇ ਨਹੀਂ ਹੁੰਦੇ। ਇਹ ਪਰਮੇਸ਼ਵਰ ਦੇ ਨਾਮ ਦੀ ਸ਼ਕਤੀ ਹੈ। ਗੁਰੂ ਨਾਨਕ ਸਾਹਿਬ ਆਪ ਪ੍ਰਭੂ ਪਰਮਾਤਮਾ ਨੇ, ਪਰ ਗੋਰਖਨਾਥ ਨੂੰ ਅੱਜ ਤੱਕ ਕੋਈ ਇਹੋ ਜਿਹਾ ਮਿਲਿਆ ਹੀ ਨਹੀਂ ਜਿਹਨੇ ਉਹਦੇ ਨਾਲ ਬਹਿ ਕੇ ਚਰਚਾ ਕਰਨੀ। ਉਹਨੇ ਕਹਿਣਾ ਲੈ ਤੂੰ ਹਾਰ ਗਿਆ ਤੇ ਮੈਂ ਜਿੱਤ ਗਿਆ। ਅਗਲਾ ਕਹਿੰਦਾ ਹਾਂਜੀ ਗੁਰੂ ਜੀ ਤੁਸੀਂ ਜਿੱਤੇ, ਮੈਂ ਹਾਰਿਆ, ਕਿਉਂਕਿ ਐਡੀ ਵੱਡੀ ਉਮਰ ਹੈ ਜੀ, ਤਜਰਬੇ ਵੱਡੇ ਆ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਨਿਰੰਕਾਰ ਦੇ ਦੇਸ਼ ਤੋਂ ਆਏ ਆ, ਉਹੀ ਸਾਡਾ ਰੂਪ ਹੈ, ਉਹੀ ਰੰਗ ਹੈ, ਉਹੀ ਆਕਾਰ ਹੈ, ਸਭ ਕੁਝ ਉਹੀ ਹੋ ਹੈ। ਸਾਨੂੰ ਕੁਛ ਨਹੀਂ ਚਾਹੀਦਾ। ਸਿੱਧ ਤੇ ਤਾਂ ਬਣੀਏ, ਕਰਾਮਾਤਾਂ ਚਾਹੀਦੀਆਂ ਹੋਣ, ਸਿੱਧ ਤਾਂ ਬਣੀਏ, ਸਾਨੂੰ ਮੁਕਤੀ ਚਾਹੀਦੀ ਹੋਵੇ ਵੀ ਚਲੋ ਤੁਹਾਡੇ ਕੋਲੋਂ ਮਿਲ ਜੂਗੀ। ਮਰਦ ਕਹਿੰਦੇ ਸਾਨੂੰ ਜ਼ਰੂਰਤ ਨਹੀਂ, ਅਸੀਂ ਬੇਪਰਵਾਹ ਹਾਂ। ਹਠ ਕੈਸੇ ਤਿਆਗੈ, ਹਠ ਹੀ ਸੇ ਸੂਰਾ ਪੂਰਾ ਹੋਏ, ਗੁਰੂ ਪੂਰਾ ਕੀਨੋ ਨਹਿ, ਜਾਂ ਤੇ ਤੂੰ ਅਲਾਏ ਹੈ। ਗੁਰੂ ਸਾਹਿਬ ਨੂੰ ਕਹਿੰਦਾ ਤੁਸੀਂ ਹੱਠ ਕਰਦੇ ਹੋ, ਪੂਰਾ ਗੁਰੂ ਨਹੀਂ ਬਣਾਇਆ। ਮਰਦ ਕਹਿੰਦੇ ਓਏ ਮੂਰਖਾ, ਤੇਰਾ ਗੁਰੂ ਕਿਹੜਾ ਪੂਰਾ, ਜਿਹੜਾ ਦੱਸ ਤੇ ਸਹੀ ਆਖੋ ਸਤਿਨਾਮ। ਜਿਹਦਾ ਤੂੰ ਚੇਲਾ ਹੋਏਗਾ, ਅੱਗੇ ਉਹਨੇ ਕਿਸੇ ਨੂੰ ਗੁਰੂ ਬਣਾਇਆ ਹੋ? ਦੱਸ। ਨਾਲ ਦੀ ਨਾਲ ਮਰਦ ਜਵਾਬ ਦੇ ਰਹੇ ਆ ਹਰ ਗੱਲ ਦਾ। ਇਹੀ ਔਖਾ ਸੀ ਗੋਰਖਨਾਥ ਵਾਸਤੇ ਵੀ ਮੈਂ ਜਿੱਧਰ ਦੀ ਉਲਝਾਉਣਾ ਚਾਹੁੰਦਾ, ਮੇਰੇ ਜਾਲ 'ਚ ਹੀ ਨਹੀਂ ਆਉਂਦੇ। ਹਰ ਗੱਲ ਦਾ ਜਵਾਬ ਵਿਧੀ ਵਿਧਾਨ ਨਾਲ ਦੇ ਰਹੇ ਆ। ਕਿਸੇ ਵੀ ਗੱਲ ਵਿੱਚ ਕੋਈ ਐਸੀ ਕਮੀ ਨਹੀਂ ਆ ਵੀ ਗੋਰਖਨਾਥ ਆਪਣਾ ਪੰਚਲਾ ਜੀ ਚਲਾਕੀ ਕਰ ਜੀ। ਗੁਰੂ ਬਾਬਾ ਜੀ ਕਹਿੰਦੇ ਭਾਈ ਬੰਦਾ ਕਦੇ ਬੰਦੇ ਦਾ ਗੁਰੂ ਨਹੀਂ ਹੋ ਸਕਦਾ। ਸ੍ਰਿਸ਼ਟੀ ਨੂੰ ਸਾਜਣ ਵਾਲਾ, ਦੁਨੀਆ ਨੂੰ ਰੋਜੀ ਦੇਣ ਵਾਲਾ, ਸੰਸਾਰ ਨੂੰ ਮਾਰਨ ਵਾਲਾ, ਖਤਮ ਕਰਨ ਵਾਲਾ ਆਪ ਹੀ ਨਿਰੰਕਾਰ ਹੈ। ਉਹ ਤੋਂ ਬਗੈਰ ਮੌਤ ਵੀ ਕੁਝ ਨਹੀਂ ਕਰ ਸਕਦੀ। ਸਵਈਆ ਜੋਗ ਤੇ ਹੇਤ ਸਰੀਰ ਸਦਾ, ਥਿਰ ਨੌ ਨਿਦ ਸਿਧ 18 ਪਾਸੂ, पूज बने जग में प्रगटाए, रजाए चले सब ऊपर तासू। सतगुਰਾਂ ਨੂੰ ਫਿਰ ਗੋਰਖਨਾਥ ਕਹਿੰਦਾ ਹੈ ਜੇ ਸਿੱਧ ਬਣ ਜਾਓਗੇ ਕਿੰਨੇ ਫਾਇਦੇ ਹੋਣਗੇ? ਹੱਸ ਕੇ ਮਰਦ ਕਹਿੰਦੇ ਸਾਨੂੰ ਫਿਰ ਜਰਾ ਫਾਇਦੇ ਦੱਸ ਦੇ। ਕਹਿੰਦਾ ਜੀ ਹੱਠ ਯੋਗ ਕਰੋ, ਯੋਗਾ ਯੋਗ ਮਤ। ਮਰਦ ਕਹਿੰਦੇ ਕੀ ਹੋ ਜਾਊਗਾ? ਕਹਿੰਦਾ ਜੀ ਲੋਕਾਂ 'ਚ ਬੜੀ ਪੂਜਾ ਹੋਊਗੀ ਤੁਹਾਡੀ, ਮੱਥਾ ਟੇਕਣਗੇ ਲੋਕ, ਯੋਗੀ ਕਹਿਣਗੇ, ਸਿੱਧ ਕਹਿਣਗੇ, ਰੱਬ ਕਹਿਣਗੇ, ਮੰਨਤਾਂ ਲੈ ਕੇ ਤੁਹਾਡੇ ਦਰਵਾਜ਼ੇ ਤੇ ਆਉਣਗੇ। ਸਿੱਧ ਕਹਿੰਦਾ ਹੈ ਗੋਰਖਨਾਥ, ਸਿੱਧਾਂ ਦਾ ਗੁਰੂ। ਫਿਰ ਤੁਹਾਡੇ ਕੋਲ ਕਰਾਮਾਤਾਂ ਬੇਅੰਤ ਆ ਜਾਣਗੀਆਂ। ਕਿਹੜੀਆਂ? ਰਿੱਧੀਆਂ, ਅੱਧੀ ਸਿੱਧੀਆਂ।
ਤੁਹਾਡੀ ਉਮਰ ਲੰਮੇਰੀ ਹੋ ਜਾਏਗੀ ਜਦੋਂ ਹੱਠ ਯੋਗ ਕਰੋਗੇ ਨਾ, ਉਮਰਾਂ ਲੰਬੀਆਂ। ਹੁਣ ਇੱਕ ਬੜਿਆਂ ਦੇ ਮਨ 'ਚ ਦੁਬਿਧਾ ਆ ਜਾਂਦੀ ਵੀ ਉਮਰ ਕਿੱਦਾਂ ਲੰਬੀ ਹੋ ਜੂ, ਨਾਲੇ ਕਹਿੰਦੇ ਰੱਬ ਨੇ ਜਿੰਨੇ ਸਾਹ ਲਿਖੇ ਉਨਾ ਹੀ। ਸਭ ਦੇ ਮਨ 'ਚ ਆਉਂਦਾ ਨਾ ਇਹ, ਫਿਰ ਨਾ ਕਿੱਦਾਂ ਵਧਾ ਲਿਓ, ਉਮਰ ਲੰਬੀ ਕਿੱਦਾਂ ਕਰ ਲਈ ਜਦੋਂ ਸਮਾਂ ਲਿਖਿਆ। ਇਹਦੇ ਕਈ ਕਾਰਨ ਨੇ। ਸਾਹ ਨਹੀਂ ਵੱਧ ਮਿਲੇ, ਸਾਹ ਨਹੀਂ ਨੇ, ਉਹ ਆਪਣੇ ਸਾਹਾਂ ਦੀ ਗਤੀ ਨੂੰ ਸਲੋ ਕਰ ਲੈਂਦੇ ਆ। ਬਹੁਤਾ ਸੌਣ ਵਾਲਿਆਂ ਦੀ ਉਮਰ ਘੱਟ ਕਿਉਂ ਹੁੰਦੀ ਹੈ? ਇਹੀ ਕਾਰਨ ਹੈ। ਜਿੰਨਾ ਕੁ ਉਹਨਾਂ ਨੇ ਜੀ ਕੇ ਦੁਨੀਆ ਵੇਖਣੀ ਸੀ, ਜਾ ਕੇ ਸੌਂ ਕੇ ਕੱਢਦੇ ਸਾਂ। ਕਿਉਂਕਿ ਬੈਠਤ 12, ਚਲਤੀ 18, ਸੋਏ ਜਾਗਿਓ 30। ਬਹਿੰਦੇ ਉੱਠਦੇ ਦੇ 12 ਦੇ ਹਿਸਾਬ ਨਾਲ ਸਾਹ ਨਿਕਲਣੇ 1 ਮਿੰਟ ਵਿੱਚ, ਤੇ ਜੇ ਸੁੱਤਾ ਏ 1 ਮਿੰਟ 'ਚ 30 ਸਾਹ ਗਏ। ਉਮਰ ਵਧੂਗੀ ਘਟੂ? ਘਟਦੀ ਜਾਣੀ ਹੈ, ਛੋਟੀ ਹੋ ਜਾਣੀ ਹੈ। ਬੰਦਗੀ ਵਾਲਿਆਂ ਦੀਆਂ ਉਮਰਾਂ ਲੰਬੀਆਂ ਕਿਉਂ ਸੀ? ਸੌਂਦੇ ਘੱਟ ਸੀ, ਜਾਗਦੇ ਜ਼ਿਆਦਾ ਨੇ। ਅਸੀਂ ਤੇ ਦਿਨੇ ਵੀ ਸੁੱਤੇ, ਰਾਤ ਵੀ ਸੁੱਤੇ। ਜਦ ਮਰਜੀ ਪੁੱਛੋ ਉੱਠੇ ਆ, ਰੋਟੀ ਖਾਧੀ ਸੌਣ ਲੱਗੇ ਆ, ਚਾਹ ਪੀਣ ਲੱਗੇ ਆ, ਸਰੀਰ ਸਿੱਧਾ ਕਰ ਲਾਂ, ਘੜੀ ਪੈ ਜਾ। ਤੁਹਾਡੇ ਕੋਲ ਤੇ ਪੈਣ ਤੋਂ ਸਿਵਾ ਕੁਝ ਨਹੀਂ ਹੈ। ਤੇ ਉਮਰਾਂ ਕੀ ਕਰਨਗੀਆਂ, ਸਰੀਰ ਕੀ ਕਰਨਗੇ? ਪਰ ਹੱਠ ਯੋਗ ਵਾਲੇ ਕਰਾਮਾਤੀ ਨੇ, ਉਮਰਾਂ ਲੰਮੇਰੀਆਂ ਨੇ। ਉਹਨੇ ਫਾਇਦੇ ਦੱਸੇ, ਬੈਨੀਫਿਟ, ਵੀ ਜੇ ਸਿੱਧ ਬਣ ਜਾਓਗੇ ਬਾਬਾ ਜੀ ਹੱਸੀ ਜਾਣ। ਕਿਉਂਕਿ ਸਤਿਗੁਰਾਂ ਦੀ ਬਾਣੀ ਕਹਿੰਦੀ ਰਿੱਧ ਸਿੱਧ ਸਭ ਮੋਹ ਹੈ। ਅੱਜ ਸਿੱਖ ਰੌਲਾ ਪਾਉਂਦੇ ਫਿਰਦੇ ਫਲਾਣੇ ਬਾਬੇ ਕੋ ਰਿੱਧੀਆਂ ਸਿੱਧੀਆਂ ਸੀ, ਉਹ ਪੂਰਾ ਸੀ। ਭਾਈ ਮਾਫ ਕਰਿਓ, ਪੂਰਾ ਤੇ ਗੋਰਖਨਾਥ ਨਹੀਂ ਸੀ, 84 ਸਿੱਧਾਂ ਦਾ ਬਾਪ ਹੈ। ਸਿੱਧੀਆਂ ਕਿੰਨੀਆਂ ਨੇ ਸੁਣ ਲਿਓ, ਆਉਣ ਵਾਲੇ ਸਮੇਂ 'ਚ ਰਿੱਧੀਆਂ ਕਿੰਨੀਆਂ ਨੇ, ਅੱਗੇ ਪਿੱਛੇ ਤੁਰੀਆਂ ਫਿਰਦੀਆਂ। ਪਰ ਰਿੱਧੀਆਂ ਸਿੱਧੀਆਂ ਵਾਲੇ ਕੋਲ, ਕਰਾਮਾਤੀ ਬੰਦੇ ਦੇ ਕੋਲ ਨਾਮ ਨਹੀਂ ਹੋ ਸਕਦਾ। ਗੁਰਬਾਣੀ ਕੂਕ ਕੂਕ ਕੇ ਆਖਦੀ ਹੈ, ਚਾਹੇ ਹਿਰਦੇ ਮੈਂ ਜੋ ਹੋਏ ਕਾਹੇ ਕੀ, ਸੋ ਕਰ ਲੇਤ ਵਧੇ ਬਲ ਰਾਸੂ। ਕਹਿੰਦਾ ਜੀ ਜੇ ਤੁਸੀਂ ਸਿੱਧ ਬਣ ਗਏ ਨਾ, ਦਿਨ ਨੂੰ ਰਾਤ ਬਣਾ ਸਕਦੇ ਹੋ। ਜੋ ਚਿੱਤ ਕਰੇ ਉਹ ਖਾ ਸਕਦੇ ਹੋ, ਕਿਸੇ ਮੁਲਕ ਦਾ, ਕਿਸੇ ਥਾਂ ਦਾ, ਉੱਡ ਕੇ ਜਾ ਸਕਦੇ, ਅਲੋਪ ਹੋ ਸਕਦੇ ਹੋ। ਇਹ ਕੀ ਨੇ ਜੀ? ਤੁਸੀਂ ਸੁਣਿਆ ਹੋਣਾ 9 ਨਿਧੀਆਂ ਹੁੰਦੀਆਂ ਨੇ, 18 ਸਿੱਧੀਆਂ ਹੁੰਦੀਆਂ। ਕਦੇ ਸਮਾਂ ਪਿਆ ਇਹਨਾਂ ਤੇ ਵਿਚਾਰ ਕਰਾਂਗੇ, ਬਹੁਤ ਕੁਛ ਹੈ ਇਹਨਾਂ 'ਚ। ਪਰ ਰਿੱਧ ਸਿੱਧ ਨਾਵੇ ਕੀ ਦਾਸੀ। ਸਤਿਗੁਰ ਕਹਿੰਦੇ ਰਿੱਧੀਆਂ ਸਿੱਧੀਆਂ ਨਾਮ ਜਪਣ ਵਾਲਿਆਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਖੜੀਆਂ ਨੇ। ਪਰ ਜੇ ਐਕਚੁਅਲ ਵਿੱਚ ਨਾਮ ਜਪਣ ਵਾਲਾ ਗੁਰੂ ਦਾ ਸਿੱਖ ਹੈ ਨਾ, ਕੋਈ ਇਹਨਾਂ ਵੱਲ ਵੇਖਦਾ ਵੀ ਨਹੀਂ। ਆਖੋ ਸਤਿਨਾਮ। ਬਿਠਾਉਣਾ ਦੇ ਅੰਦਰ ਕੀ ਹੈ, ਦੇਖਦਾ ਵੀ ਨਹੀਂ ਇਹਨਾਂ ਕਣੀ। ਗੁਰੂ ਅਮਰਦਾਸ ਪਾਤਸ਼ਾਹ ਦੇ ਦਰ ਤੇ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਖੜੀਆਂ ਸੀ। ਅੰਦਰ ਆਉਣ ਦਾ ਮੌਕਾ ਕਦ ਮਿਲਿਆ? ਗੁਰੂ ਨਾਨਕ ਸਾਹਿਬ ਜੀ ਦੇ ਵੇਲੇ 12 ਤੋਂ 24 ਕੋਹ ਦੂਰ ਸਨ। ਗੁਰੂ ਅੰਗਦ ਦੇ ਪਾਤਸ਼ਾਹ ਦੇ ਵੇਲੇ 6 ਕੋਹ ਦੂਰ ਆ ਗਈਆਂ, ਇੰਨੀ ਨੇੜੇ ਆ ਗਈਆਂ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ ਦਰਵਾਜ਼ੇ ਤੇ ਆ ਗਈਆਂ, ਮਰਦ ਨੇ ਪ੍ਰਵਾਨ ਨਹੀਂ ਕੀਤੀਆਂ। ਆਖਰਕਾਰ ਬੇਨਤੀਆਂ ਸੁਣ ਸੁਣ ਕੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਦਰਵਾਜ਼ੇ ਤੇ ਬਹਿਣ ਦੀ ਆਗਿਆ ਦਿੱਤੀ। ਆਖੋ ਸਤਿਨਾਮ। ਉਸ ਦਿਨ ਤੋਂ ਬਾਅਦ ਸਿੱਖਾਂ ਦੇ ਰਿੱਧੀਆਂ ਸਿੱਧੀਆਂ ਅੱਗੇ ਪਿੱਛੇ ਤੁਰੀਆਂ ਫਿਰਦੀਆਂ ਸੀ। ਕਿਉਂਕਿ ਇੱਕ ਪੜਾਵ ਹੈ। ਜਿਵੇਂ ਤੁਸੀਂ ਕਿਤੇ ਤੁਰੇ ਜਾ ਰਹੇ ਹੋ, ਡਰਾਈਵਰੀ ਸਿੱਖ ਰਹੇ ਹੋ, ਜਾ ਕੇ ਤੁਸੀਂ ਆਡੀਸ਼ਨ ਦੇ ਰਹੇ ਹੋ ਵੀ ਮੈਨੂੰ ਲਾਇਸੈਂਸ ਚਾਹੀਦਾ। ਉੱਥੇ ਉਹਨਾਂ ਨੇ ਬੜਾ ਕੁਝ ਲਾਇਆ ਹੁੰਦਾ ਤੁਹਾਨੂੰ ਭਰਮਾਉਣ ਵਾਸਤੇ। ਉਹ ਕੀ ਹੈ? ਸਟੇਜਾਂ ਨੇ। ਤੁਸੀਂ ਉਲਝ ਗਏ, ਰਿਜੈਕਸ਼ਨ ਲੱਗ ਜੂਗੀ। ਵਿਦੇਸ਼ਾਂ 'ਚ ਇੱਦਾਂ ਹੀ ਹੈ। ਇਸੇ ਤਰ੍ਹਾਂ ਨਾਮ ਦੇ ਰਾਹ ਤੇ ਚੱਲਣ ਵਾਲਿਆਂ ਨੂੰ ਪਰਮਾਤਮਾ ਰਿੱਧੀਆਂ ਸਿੱਧੀਆਂ, ਮਾਇਆ, ਪਦਾਰਥ, ਗੱਡੀਆਂ, ਸਭ ਕੁਝ ਸ਼ੌਹਰਤਾਂ ਦਿੰਦਾ ਹੈ। ਤੇ ਜਿਹੜਾ ਤੇ ਹੁੰਦਾ ਅਸਲੀ ਨਾਮ ਜਪਣ ਵਾਲਾ, ਤੇ ਠੋਕਰ ਮਾਰ ਕੇ ਲੰਘ ਜਾਂਦਾ ਅੱਗੇ, ਕਹਿੰਦਾ ਮੈਂ ਜਾਲ 'ਚ ਨਹੀਂ ਵੜਨਾ, ਇਹ ਤੇ ਬੁਣਿਆ ਹੋਇਆ ਜਾਲ ਹੈ ਰੱਬ ਦਾ, ਮਾਇਆ ਦਾ, ਮੈਂ ਨਹੀਂ ਪੈਣਾ 'ਚ। ਤੇ ਜਿਹੜਾ ਪੈ ਜਾਂਦਾ ਹੈ ਝੂਲੇ ਦੇ ਵਿੱਚ, ਉਹ ਰਾਮ ਰਾਏ ਵਾਂਗੂ ਰਹਿ ਜਾਂਦਾ। ਹੁਣ ਰਿੱਧੀਆਂ ਸਿੱਧੀਆਂ ਦੇ ਮੋਹ 'ਚ ਫਸੇ ਨੇ ਗੋਰਖਨਾਥ, ਮਸ਼ਿੰਦਰਨਾਥ, ਚਰਪਟ, ਆਉਧੂ, ਜਿੰਨੇ ਤੁਰੇ ਫਿਰਦੇ ਆ। ਅੱਗੇ ਤੇ ਗੱਲ ਹੀ ਨਹੀਂ ਸੀ ਕੋਈ। ਨਿਰੰਕਾਰ ਦੇ ਦੇਸ਼ ਤੇ ਗਏ ਨਹੀਂ, ਰਸਤੇ ਦੇ ਪਾਂਧੀ ਰਹਿ ਗਏ। ਪੂਰਨ ਹਵੈ ਗੁਣ ਰੂਰਨ ਸੋ, ਮਨ ਤੂਰਨ ਮਾਨ ਕੈ ਸੀਖ ਪਰਿਆਸੂ। ਤੁਸੀਂ ਕਿਸੇ ਨੂੰ ਮਾਰ ਸਕਦੇ ਹੋ, ਕਿਸੇ ਦਾ ਦੁੱਖ ਕੱਟ ਸਕਦੇ ਹੋ। ਇਹ ਰਿੱਧੀਆਂ ਸਿੱਧੀਆਂ। ਖਾਲੀ ਢੋਲ ਆਟੇ ਨਾ ਭਰਦੇ, ਨਦੀਆਂ 'ਚ ਦਰਿਆ ਚਲਾ ਦਿਓ, ਪਾਣੀ ਦੇ ਭਰ, ਸਮੁੰਦਰ ਖਾਲੀ ਕਰ ਦਿਓ। ਰਿੱਧੀਆਂ ਸਿੱਧੀਆਂ ਨੇ। ਪਰ ਇਹ ਰੱਬ ਨਹੀਂ ਖੁਸ਼ ਹੁੰਦਾ, ਇਹਦਾ ਪਰਮਾਤਮਾ ਨਹੀਂ ਮਿਲਦਾ। ਗੁਰੂ ਸਾਹਿਬ ਨੂੰ ਬੈਨੀਫਿਟ ਦੱਸਦਾ ਹੈ ਗੋਰਖਨਾਥ, ਕਹਿੰਦਾ ਜੀ ਦੁਨੀਆ ਤੁਹਾਡੀ ਮੁੱਠੀ 'ਚ ਹੈ, ਤੁਸੀਂ ਜੋ ਚਾਹੋਗੇ ਕਰ ਸਕਦੇ ਹੋ। ਜਿਹਨੂੰ ਮਰਜ਼ੀ ਡਰਾ ਦਿਓ, ਸੱਪ ਬਣ ਕੇ ਜਿਹਦੇ ਮਰਜ਼ੀ ਘਰ ਵੜ ਜਾਓ। ਅਗਲਾ ਹੱਥ ਜੋੜੀ ਫਿਰਦਾ, ਬਾਬਾ ਵੇਖੀ ਬਖਸ਼ ਲੈ। ਕਰਦੇ ਰਹੇ ਅਸੀਂ ਸਾਰਾ ਕੁਝ।
ਲੋਕੀ ਪਾਣੀ ਭਰਦੇ, ਰੋਟੀ ਖਵਾਉਂਦੇ, ਕੱਪੜੇ ਦਿੰਦੇ ਆ ਡਰਦੇ। ਉੱਥੋਂ ਤੋਂ ਹੀ ਆ ਕੰਮ ਦਾ ਚੱਲਿਆ ਹੋਇਆ ਹੈ ਵੀ ਫਲਾਣੇ ਦਾ ਬੁੜਾ ਮਰ ਗਿਆ, ਜਿਉਂਦੇ ਨੂੰ ਤੇ ਕਿਸੇ ਨੇ ਪਾਣੀ ਨਹੀਂ ਪੁੱਛਿਆ, ਮਰਿਆ ਹਰ ਸਾਲ ਬਾਬਾ ਜੀ ਘਰੇ ਪ੍ਰਸ਼ਾਦੇ ਤੇ ਆਇਓ। ਕੀ ਚੱਕਰ ਹੈ? 5 ਮੀਟਰ ਦਾ ਕੱਪੜਾ ਰੱਖਿਆ, ਜੁੱਤੀ ਰੱਖੀ ਹੈ। ਕਹਿੰਦੀ ਜੀ ਉਹ ਫਿਰ ਬਾਪੂ ਜੀ ਨੂੰ ਦਿੰਦੇ ਹੁੰਦੇ ਆ ਨਾ, ਲੱਗ ਜਾਂਦਾ ਹੈ ਵੀ ਮਰਨ ਵੇਲੇ ਤੇ ਕਫਨ ਚੱਜ ਦਾ ਨਹੀਂ ਪਾਇਆ, ਉਹ 5 ਮੀਟਰ ਕੁੜਤੇ ਪਜਾਮੇ ਤੇ ਬੈਠਾ। ਇੱਥੇ ਕੀ ਪਾਉਂਦਾ ਸੀ ਜਿਉਂਦਾ? ਉਦੋਂ ਨਾਈਕੀ ਤੋਂ ਘੱਟ ਕੱਪੜੇ ਨਹੀਂ ਸੀ ਪਾਉਂਦਾ, ਮਰਿਆ ਬਾਟਾ ਦੀ ਜੁੱਤੀਆਂ ਪਾਉ। ਆਹ ਹਾਲ ਹੈ ਲੋਕਾਂ ਦਾ। ਕਿਹੜੇ ਪਾਸੇ ਦੁਨੀਆ ਤੁਰੀ ਫਿਰਦੀ ਹੈ? ਰਿੱਧੀਆਂ ਸਿੱਧੀਆਂ ਦੇ ਹਾਲ ਸੀ, ਸਿੱਧਾਂ ਦੇ ਚਲਾਏ ਹੋਏ ਸਿੱਖ ਵੀ ਨਿਕਲੇ ਹੋਏ ਆ। ਕੱਪੜੇ ਪਹੁੰਚਦੇ ਆ ਉੱਥੇ, ਪਤਾ ਨਹੀਂ ਭਾਈ ਉਹ ਬਿਨਾਂ ਟੇਲਰ ਤੋਂ ਹੀ ਪਾਈ ਜਾਂਦੇ। ਪੁੱਛਣਾ ਪੈਣਾ ਵੀ ਜਿੱਥੇ ਤੁਹਾਡੇ ਬਾਪੂ ਜੀ ਬੈਠੇ ਆ, ਉਹਨੇ ਟੇਲਰ ਕਿਹੜੇ ਤੋਂ ਕੱਪੜੇ ਸਵਾਉਂਦਾ? ਤੂੰ ਤੇ ਦੇਤੇ, ਤੂੰ ਕੱਪੜੇ ਵੀ ਦੇਤੇ, ਮਾਇਆ ਵੀ ਦੇਤੀ, ਟੇਲਰ ਵੀ ਦੇ ਦੇਣਾ ਸੀ ਨਾ ਨਾਲ। ਨਹੀਂ, ਬਸ ਜੀ ਕਿਹਾ ਕਿਸੇ ਨੇ ਸਾਨੂੰ ਇਦਾਂ ਕਰ ਲਓ। ਆ ਕਰਮ ਕਾਂਡਾਂ ਕਰਕੇ ਸਿੱਖ ਨਾਮ ਤੋਂ ਟੁੱਟ ਗਿਆ, ਗੁਰਬਾਣੀ ਤੋਂ ਟੁੱਟ ਗਿਆ। ਅੱਜ ਇਹੀ ਚੀਜ਼ਾਂ ਕਿਹਨੂੰ ਵਿਖਾ ਰਿਹਾ ਹੈ ਗੋਰਖਨਾਥ? ਰੱਬ ਨੂੰ, ਪਰਮਾਤਮਾ ਨੂੰ। ਕਹਿੰਦਾ ਜੀ ਤੁਹਾਡੇ ਕੀਤੇ ਬਚਨ ਅਵਸ਼ ਪੂਰੇ ਹੋਣਗੇ। ਸੋਈਆ ਸ਼ੋਰ ਦਈ ਤਨ ਹੰਤ ਹੁਤੀ, ਚਿਤ ਰਾਖਨ ਕੋ ਥਿਰ ਕੌਣ ਹੈ ਕਾਮੂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਜਦੋਂ ਅਸੀਂ ਸਰੀਰ ਦਾ ਹੀ ਮਾਣ ਛੱਡਤਾ ਤੇ ਫਿਰ ਅਸੀਂ ਕੀ ਲੈਣਾ ਕੋਈ ਸਾਨੂੰ ਮੱਥਾ ਟੇਕੇ। ਕਿੱਡੀ ਵੱਡੀ ਗੱਲ ਕਹਿੰਦੀ ਬਾਤ। ਜਾਦੇ ਸਰੀਰ ਸਾਡਾ ਨਹੀਂ, ਅਸੀਂ ਲੋਕਾਂ ਨੂੰ ਝੁਕਾਉਣਾ ਕੀ ਹੈ, ਲੋਕਾਂ ਤੋਂ ਲੈਣਾ ਕੀ ਹੈ? ਹਾਂ ਜਿਹਨੂੰ ਆਪਣੇ ਸਰੀਰ ਨਾਲ ਪਿਆਰ ਹੈ ਉਹ ਕਹਿੰਦਾ ਮੈਂ ਜਵਾਨ ਰਹਾ, ਮੈਂ ਵੱਡਾ ਹੋ ਜਾ, ਮੈਂ ਸਿਆਣਾ ਹੋ ਜਾ, ਲੋਕੀ ਮੇਰਾ ਪਾਣੀ ਭਰਨ। ਭਾਵ ਗੁਰੂ ਨਾਨਕ ਸਾਹਿਬ ਦੇ ਇੱਕ ਬਚਨ ਨੇ ਗੋਰਖਨਾਥ ਦੇ ਬੋਲਾਂ ਨੂੰ ਜ਼ੀਰੋ ਕਰਕੇ ਰੱਖਤਾ। ਉਹ ਤੇ ਸ਼ਬਦ ਵਾਂਗ ਵਿਖਾਉਂਦਾ ਸੀ, ਪਰ ਭਾਈ ਬਾਲਾ ਵੇਖ ਕੇ ਅਚਰਜ ਨੇ ਵੀ ਬਾਬਾ ਨਾਨਕ ਜੀ ਦੇ ਹਰ ਬਚਨ ਤੋਂ ਗੋਰਖਨਾਥ ਪਰੇਸ਼ਾਨ ਹੋਇਆ ਪਿਆ। ਸਿੱਧਾਂ ਦਾ ਗੁਰੂ, ਮਾੜੇ ਮੋਟੇ ਸਿੱਧ ਨੇ ਉੱਥੇ ਕੀ ਕਰਨਾ ਸੀ? ਉੱਥੇ ਗੋਰਖਨਾਥ ਪਜ਼ਲ ਹੋ ਗਿਆ ਵੀ ਕਿਸੇ ਪਾਸੇ ਵੀ ਮੇਰੇ ਜਾਲ ਚ ਨਹੀਂ ਆਉਂਦੇ। ਜੇ ਨਿਧ ਸਿੱਧ ਸੋ ਦਾਸੀ ਭਈ, ਲਿਵ ਲੈ ਦੇਵ ਤਰੋਵਰ ਸ਼੍ਰੀ ਹਰਿ ਨਾਮੂ। ਗੁਰੂ ਨਾਨਕ ਸਾਹਿਬ ਆਖਣ ਲੱਗੇ ਬੜੇ ਪਿਆਰ ਚ, ਕਹਿੰਦੇ ਉਹ ਗੋਰਖਨਾਥਾ ਰਿੱਧੀਆਂ ਸਿੱਧੀਆਂ ਤੇਰੀਆਂ ਸਾਡੇ ਸਿੱਖਾਂ ਦੇ ਦਰ ਤੇ ਖੜੀਆਂ। ਸਿੱਖਾਂ ਦੇ ਸਵਰਗਾਂ ਦੇ ਕਲਪ ਬ੍ਰਿਸ਼ ਸਾਡੇ ਸਿੱਖਾਂ ਦੇ ਜੋੜਿਆਂ ਵਿੱਚ ਨੇ। ਆਖੋ ਸਤਿਨਾਮ। ਕਾਹਦੀਆਂ ਗੱਲਾਂ ਕਰਦਾ ਹੈ? ਕੀ ਇਹ ਝੂਠ ਹੈ? ਕਿੰਨੇ ਗੁਰਸਿੱਖ ਹੋਏ ਕਰਾਮਾਤਾਂ ਵਾਲੇ। ਬਾਬਾ ਦੀਪ ਸਿੰਘ ਨੇ ਸਿਰ ਕੱਟਿਆਂ ਤੋਂ ਬਾਅਦ 18 ਸ਼ੇਰ ਦਾ ਕੰਡਾ ਘਮਾਤਾ। ਕੀ ਰਿੱਧ ਸਿੱਧ ਨਹੀਂ ਵਰਤਦੀ? ਵਰਤ ਰਹੀ ਹੈ। ਕਿੱਡੇ ਵੱਡੇ ਵੱਡੇ ਚੋਜ ਸਿੱਖੀ ਵਿੱਚ ਵਰਤੇ ਨੇ, ਵਰਤਾਏ ਨੇ ਗੁਰੂ ਸਾਹਿਬ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਜੇ ਸਰੀਰ ਦਾ ਹੀ ਮਾਣ ਨਹੀਂ ਤੇ ਇਹ ਚੀਜ਼ਾਂ ਤੇ ਕਿਸੇ ਕੰਮ ਨਹੀਂ ਨਾ। ਹੁਣ ਮਰਿਆ ਬੰਦਾ ਇੱਕ ਮਰ ਜੇ, ਉਹਦੇ ਲਈ ਕੱਪੜੇ ਲੈ ਲਓ, ਘਰ ਖਰੀਦ ਲਓ, ਜੋ ਮਰਜ਼ੀ ਖਰੀਦਿਓ, ਜੋ ਸਰੀਰ ਹੀ ਨਹੀਂ ਰਿਹਾ ਪਾਉਣ ਵਾਲਾ। ਚਲੋ ਵੀ ਛੱਡੋ, ਇੱਕ ਬੰਦਾ ਬਿਮਾਰ ਹੈ, ਸਰੀਰ ਕਰਕੇ ਰੋਗੀ ਹੈ, ਉਹ ਤਾਂ ਤੁਰਿਆ ਨਹੀਂ ਜਾਂਦਾ, ਲੱਖ ਰੁਪਏ ਦੀ ਜੁੱਤੀ ਲੈ ਆਓ, ਪਾਲੂਗਾ। ਹੱਥ ਕੰਮ ਨਹੀਂ ਕਰਦੇ, 10 ਲੱਖ ਦੀ ਘੜੀ ਲਿਆ ਕੇ ਬੰਨ ਦੋ, ਅੱਖਾਂ ਤੋਂ ਦਿਸਦਾ ਨਹੀਂ, ਟਾਈਮ ਦੇਖ ਲਓ, ਉਹਨੂੰ ਚੰਗਾ ਲੱਗੂ ਸਾਰਾ ਕੁਝ? ਕੁਛ ਵੀ ਨਹੀਂ। ਕਰੋੜ ਦੀ ਗੱਡੀ ਖੜੀ ਕਰ ਦਿਓ, ਲੈ ਬਾਪੂ ਘੁੰਮ ਗਿਆ ਬਾਹਰ, ਉਹ ਕਹਿੰਦਾ ਨਾ ਬਾਈ ਇੱਥੇ ਤੇ ਪਾਣੀ ਦੀ ਸਿਪ ਅੰਦਰ ਨਹੀਂ ਜਾਂਦੀ ਤੇ ਮੈਨੂੰ ਦੁਨੀਆ ਚੰਗੀ ਨਹੀਂ ਲੱਗਦੀ, ਮੈਂ ਗੱਡੀ ਤੋਂ ਕੀ ਲੈਣਾ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਗੋਰਖਨਾਥ ਤੇਰੀਆਂ ਇਹ ਜਿੰਨੀਆਂ ਚੀਜ਼ਾਂ ਨੇ ਇਹ ਬਾਹਰ ਮੁਖੀ ਨੇ, ਅੰਤਰਮੁਖੀ ਨਹੀਂ ਨੇ। ਗੁਰੂ ਕਾ ਸਿੱਖ ਅੰਤਰਮੁਖੀ ਹੈ, ਭਾਵ ਅੰਦਰ ਦੀ ਗੱਲ ਹੈ, ਅੰਦਰ ਹੀ ਰੱਬ ਨੂੰ ਮਿਲਦਾ ਹੈ, ਬਾਹਰ ਦੇ ਦਿਖਾਵਿਆਂ 'ਚ ਥੋੜੀ ਆ। ਗੋਰਖਨਾਥ ਨੂੰ ਗੁੱਸਾ ਚੜ ਗਿਆ ਵੀ ਇਹ ਤਾਂ ਨਹੀਂ ਮੇਰੇ ਚੇਲੇ ਬਣਦੇ। ਜਿੰਨੀਆਂ ਗੱਲਾਂ ਮੈਂ ਇਹਨਾਂ ਨਾਲ ਕੀਤੀਆਂ ਅੱਜ ਤੱਕ ਇੰਨੇ ਸਵਾਲ ਜਵਾਬ ਮੇਰੇ ਕਿਸੇ ਨਾਲ ਨਹੀਂ ਹੋਏ। ਮਾਨਵ ਮਾਹੇ ਪੁਜਾਵਨ ਕੀ, ਮਨ ਬਾਸ਼ਨ ਨਾਸ਼ਕਾਰੀ ਵੱਡ ਆਮੂ। ਗੁਰੂ ਸਾਹਿਬ ਕਹਿੰਦੇ ਗੋਰਖਾ ਲੋਕਾਂ ਤੋਂ ਮੱਥੇ ਟਿਕਾਉਣਾ ਇਹ ਪਾਪਾਂ ਦਾ ਭਾਗੀ ਬਣਦਾ ਤੇ ਰੱਬ ਦਾ ਸ਼ਰੀਕ ਬਣਦਾ ਹੈ। ਅਸੀਂ ਨਹੀਂ ਬਣ ਸਕਦੇ, ਨਹੀਂ ਬਣ ਸਕਦੇ। ਬਾਣੀ ਲਿਖਦੀ ਹੈ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਬਾਣੀ ਤੇ ਪੜ੍ਹਦੇ ਕਹਿੰਦੇ ਇੱਕ ਰੱਬ ਹੈ ਪੂਜਨੀਕ, ਭਾਈ ਉਸ ਰੱਬ ਤੋਂ ਬਗੈਰ ਕੋਈ ਪੂਜਨੀਕ ਨਹੀਂ ਦੁਨੀਆ ਤੇ, ਕਿਸੇ ਨੂੰ ਮੱਥਾ ਨਹੀਂ ਟੇਕਦਾ। ਟੇਕਦਾ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਗੁਰੂ ਪਰਮੇਸ਼ਵਰ। ਮਰਦ ਕਹਿੰਦੇ ਲੋਕਾਂ ਤੋਂ ਮੱਥੇ ਟਿਕਾ ਕੇ ਲੋਕਾਂ ਦਾ ਭਾਰ ਚੁੱਕਣਾ ਹੈ ਸਿੱਧਾ, ਕਿਹੜੀ ਦਰਗਾਹ 'ਚ ਜਾ ਕੇ ਲੇਖਾ ਦੇਏਗਾ? ਗੋਰਖਨਾਥ ਨੂੰ ਕਹਿੰਦਾ ਮਰਦ ਨੇ
ਤੂੰ ਖੁਸ਼ ਹੋਇਆ ਫਿਰਦਾ, ਲੋਕ ਮੱਥਾ ਟੇਕਣਗੇ, ਲੋਕੀ ਚੜਾਵਾ ਚੜਾਉਣਗੇ, ਲੋਕ ਪੈਰ ਪੂਜਣਗੇ, ਨਮਸਕਾਰਾਂ ਕਰਨਗੇ, ਮੈਂ ਉੱਚੇ ਬੈਠਦੇ ਆ ਸੀ, ਤੂੰ ਨੀਵਾਂ ਬੈਠੇਗਾ। ਗੁਰੂ ਸਾਹਿਬ ਕਹਿੰਦੇ ਗੋਰਖਾ, ਇਹ ਕਾਇਨਾਤ ਉਸ ਕਾਦਰ ਦੀ ਹੈ, ਇਸ ਕਾਇਨਾਤ ਵਿੱਚ ਕਰਤਾ ਆਪ ਵਸਦਾ ਏ। ਕਾਹੇ ਕੀ ਚਾਹੇ ਨਹੀਂ ਉਰ ਮਾਹੇ ਅਗਾਏ ਰਹੇ, ਸੁਖ ਭਾ ਅਭਿਰਾਮ। ਸਤਿਗੁਰੂ ਆਖਣ ਲੱਗੇ ਤੂੰ ਤੇ ਰੱਜਿਆ ਹੀ ਨਹੀਂ ਕਦੇ। ਗੋਰਖ ਨੂੰ ਕਹਿ ਰਹੇ ਇਹ ਲਾਲਚੀ ਹੈ, ਬੰਦਾ ਰੱਜਦਾ ਜੀ ਕਦੇ? ਕਦੇ ਵੀ ਨਹੀਂ ਰੱਜਦਾ। ਨਾ ਕੱਪੜਿਆਂ ਵਾਲੇ ਪੱਖ ਤੋਂ ਰੱਜੇ, ਨਾ ਮਾਇਆ ਦੇ ਪੱਖ ਤੋਂ ਰੱਜੇ, ਨਾ ਸਿਫਤਾਂ ਸੁਣਨ ਦੇ ਪੱਖ ਤੋਂ ਰੱਜੇ, ਰੱਜਦੇ ਨਹੀਂ। ਗੁਰੂ ਸਾਹਿਬ ਕਹਿੰਦੇ ਗੋਰਖਾ ਤੂੰ ਸਿੱਧਾਂ ਦਾ ਗੁਰੂ ਹੋ ਗਿਆ, ਤੇਰੇ ਬਾਕੀ ਸਿੱਧ ਕਿੱਥੇ ਜਾਣਗੇ ਜੇ ਤੈਨੂੰ ਅਜੇ ਤੱਕ ਰੱਜ ਨਹੀਂ ਆਇਆ। ਜੇ ਗੁਰੂ ਨਾ ਰੱਜੇ ਤੇ ਚੇਲੇ ਦਾ ਕੀ ਬਣੂਗਾ? ਹਾਂ, ਗੁਰੂ ਤ੍ਰਿਪਤ ਹੋਵੇ, ਗੁਰੂ ਨੂੰ ਭੁੱਖ ਨਾ ਲੱਗਦੀ ਹੋਵੇ, ਉਹ ਆਪਣੇ ਚੇਲਿਆਂ ਦੀ ਭੁੱਖ ਦੂਰ ਕਰ ਸਕਦਾ। ਮਿਸਾਲ ਗੁਰੂ ਨਾਨਕ ਸਾਹਿਬ ਮਹਾਰਾਜ ਪੌਣਾ ਹਾਰੀ ਰਹਿੰਦੇ ਸੀ, ਭੋਜਨ ਨਹੀਂ ਸੀ ਕਰਦੇ। ਭਾਈ ਮਰਦਾਨੇ ਦਾ ਲਾਂਭਾ ਸੀ, ਬਾਬਾ ਤੁਹਾਨੂੰ ਭੁੱਖ ਨਹੀਂ ਲੱਗਦੀ ਤੇ ਮੇਰਾ ਰੋਜ਼ ਦਾ ਚੱਕਰ ਹੈ, ਕਰੋ ਕਿਰਪਾ। ਰੱਖਤਾ ਸਿਰ ਤੇ ਹੱਥ, ਕਰਤੀ ਕਿਰਪਾ। ਕਿਉਂਕਿ ਜੋ ਗੁਰੂ ਕੋਲੇ ਆ ਗੁਰੂ ਉਹ ਦੇ ਸਕਦਾ ਹੈ। ਮਰਦ ਕਹਿੰਦੇ ਤੂੰ ਆਪ ਨਹੀਂ ਰੱਜਿਆ, ਤੈਨੂੰ ਅੰਦਰ ਲਾਲਚ ਹੈ ਮੱਥਾ ਟਿਕਾਉਣ ਦਾ, ਤੇਰੇ ਅੰਦਰ ਹੰਕਾਰ ਹੈ, ਦੁਨੀਆ ਮੇਰਾ ਪਾਣੀ ਭਰੇ, ਤੂੰ ਰੱਬ ਦਾ ਸ਼ਰੀਕ ਬਣ ਬੈਠਾ ਗੋਰਖ। ਤੈਨੂੰ ਪ੍ਰਭੂ ਨੇ ਬੰਦਗੀ ਦਿੱਤੀ ਸੀ, ਭਗਤੀ ਦਿੱਤੀ ਸੀ, ਤੂੰ ਰੱਬ ਦਾ ਵੈਰੀ ਹੋ ਗਿਆ ਏ। ਸਵਈਆ ਗੋਰਖ ਸ਼ਰੋਨ ਸੁਨੇ ਜਬ ਬੈਨ, ਲਖੀ ਮਨ ਮੈਂ ਇਹ ਮਾਨਤ ਨਹੀਂ। ਗੋਰਖਨਾਥ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਬੜਾ ਸ਼ਰਮਿੰਦਾ ਤੇ ਹੋਇਆ, ਗੁੱਸਾ ਆ ਗਿਆ। ਕਹਿੰਦਾ ਵੀ ਇਹ ਨਹੀਂ ਪਤੇ ਪੜਦੇ, ਮੈਂ ਜ਼ੋਰ ਲਾ ਲਿਆ ਵੀ ਇਹ ਮੇਰਾ ਪਾਣੀ ਨਹੀਂ ਭਰਦੇ, ਮੈਨੂੰ ਮੱਥਾ ਹੀ ਨਹੀਂ ਟੇਕਦੇ। ਕਿਸੇ ਹੋਰ ਨੂੰ ਕਿਹਾ ਹੁੰਦਾ ਨੇ ਪੈਰ ਫੜ ਕੇ ਕਹਿਣਾ ਸੀ ਜੈ ਗੁਰੂ ਗੋਰਖ, ਜੈ ਗੁਰੂ ਗੋਰਖ। ਸਤਿਗੁਰਾਂ ਤੋਂ ਥੋੜਾ ਦੂਰ ਹੋ ਗਿਆ। ਕਹਿੰਦਾ ਇਹਨਾਂ ਨੂੰ ਕਰਾਮਾਤ ਵਿਖਾ ਕੇ ਬੰਦੇ ਬਣਾਵਾਂ। ਕਪਟ ਆ ਗਿਆ ਮਨ ਚ। ਕਦੋਂ ਆਉਂਦਾ ਹੈ ਜੀ? ਗੁੱਸਾ ਕਿਹਦੇ ਅੰਦਰ ਆਏਗਾ? ਹੰਕਾਰੀ ਬੰਦੇ ਦੇ। ਤੁਸੀਂ ਕਿਸੇ ਨੂੰ ਬਾਰ-ਬਾਰ ਇੱਕੋ ਗੱਲ ਕੋ ਤੁਹਾਡੀ ਸੁਣੇ ਨਾ, ਤੁਸੀਂ ਭੜਕ ਜਾਓਗੇ, ਗੁੱਸੇ ਤੇ ਬੋਲੋਗੇ। ਨਹੀਂ ਸੁਣਦਾ, ਭਾਵੇਂ ਆਪਣਾ ਪੁੱਤ ਪੋਤਾ ਕਿਉਂ ਨਾ ਵਿੱਚ ਲਾ ਕੇ ਕੁਝ ਮਾਰ ਦੇ, ਤੈਨੂੰ ਬੁਲਾਇਆ ਸੁਣਦਾ ਨਹੀਂ। ਇਹ ਕੀ ਹੈ? ਮੈਂ ਘਰ ਦਾ ਦੁਖੀ ਆ, ਮੈਂ ਵੱਡਾ, ਮੈਂ ਸਿਆਣਾ। ਗੋਰਖਨਾਥ ਕਲਪ ਗਿਆ, ਸੜ ਗਿਆ ਵੀ ਮੇਰੇ ਸਿੱਧਾਂ ਦੇ ਸਾਹਮਣੇ ਆ ਤਿੰਨ ਬਾਲਕ ਮੇਰੇ ਪੈਰ ਨਹੀਂ ਲੱਗਣ ਦਿੰਦੇ। ਇਹ ਆ ਤੇ ਗਏ ਚੱਲ ਕੇ ਮਾੜੀ ਮੋਟੀ ਕਰਾਮਾਤ ਕਰਕੇ, ਪਰ ਵਾਪਸ ਨਹੀਂ ਜਾਣ ਦਿਆਂਗਾ। ਸੋਚਦਾ ਕੀ ਹੈ? ਐਸੀ ਕਰਾਮਾਤ ਵਰਤਾ ਦਿਆਂ ਇਹ ਜਿਉਂਦੇ ਮਰ ਜਾਵਣ। ਲਾਏ ਅਭੈ ਸ਼ਕਤੀ ਪਰਖੋਂ, ਮੁਖ ਬੋਲਤ ਹੈ ਕਿਧਾਂ, ਸਾਚੋ ਪੀ ਆਹੀ। ਨਾਲੇ ਮੈਂ ਆਪਣੀ ਸ਼ਕਤੀ ਦਾ ਪ੍ਰਯੋਗ ਕਰਾਂ ਇਹਨਾਂ ਤੇ, ਵੀ ਇਹਨਾਂ 'ਚ ਕਿੰਨਾ ਕੁ ਐਸਟੀਮੇਟ ਹੋ ਜਾਊਗਾ ਵੀ ਕਿੰਨਾ ਕੁ ਕਰਾਮਾਤ ਵਰਤਾਉਂਦੇ, ਇੱਥੇ ਆਉਣ ਜੋਗੇ ਹੀ ਆ ਕਿ ਗੱਲਾਂ ਜੋਗੇ ਨੇ। ਨਾਲੇ ਪਤਾ ਲੱਗ ਜੂਗਾ ਵੀ ਇਹ ਕੌਣ ਹਨ, ਕੈਸੇ ਨੇ, ਤੇ ਵੱਡਾ ਕੌਣ ਹੈ, ਛੋਟਾ ਕੌਣ ਹੈ, ਫੇਰ ਹੀ ਪਤਾ ਲੱਗੂਗਾ। ਸ਼ਕਤੀ ਲਾਵਾਂ ਆਪਣੀ, ਬਲ ਵਿਖਾਵਾਂ ਆਪਣਾ। ਇਹ ਕੋਈ ਸਿਆਣਪ ਥੋੜੀ ਹੈ। ਕੋਈ ਤੁਹਾਡੇ ਨਾਲ ਭਲੇ ਮਾਨਸੀ ਨਾਲ ਗੱਲ ਕਰੇ ਤੇ ਤੁਸੀਂ ਓਏ ਕਹਿ ਕੇ ਬੋਲੋ ਤੇ ਡਾਂਗਾ ਮਾਰੋ, ਤੇ ਡਾਂਗਾ ਖਾਣ ਵਾਲੇ ਕੰਮ ਨੇ। ਕੋਈ ਇੱਜ਼ਤ ਨਾਲ ਪੇਸ਼ ਆਉਂਦਾ ਤੇ ਇੱਜ਼ਤ ਕਰੋ। ਪਹਿਲੀ ਵਾਰ ਪਿਆਰ ਨਾਲ ਬੁਲਾਓ ਤੇ ਪਿਆਰ ਦਾ ਜਵਾਬ ਸੁਣੋ। ਜੇ ਕੋਈ ਆਕੜਦਾ ਤੇ ਫਿਰ ਵੇਖ ਲੈਣਾ ਚਾਹੀਦਾ। ਗੁਰੂ ਨਾਨਕ ਸਾਹਿਬ ਜੀ ਨੇ ਕੁਝ ਨਹੀਂ ਕਿਹਾ, ਸਤਿਗੁਰਾਂ ਤੋਂ 10 ਕਦਮ ਪਿੱਛੇ ਹੋ ਗਿਆ। ਅੰਦਰ ਜ਼ਹਿਰ ਆਪਣੇ ਆਪ ਨਾਲ ਗੱਲਾਂ ਕਰਦਾ, ਮੈਂ ਆਪਣਾ ਜ਼ੋਰ ਲਾ ਕੇ ਵੇਖ ਲਿਆ, ਮੇਰੀ ਚਰਚਾ 'ਚ ਮੈਥੋਂ ਨਹੀਂ ਹਾਰੇ, ਹਰ ਗੱਲ ਮੈਥੋਂ ਵੱਡੀ ਕਰਦੇ ਨੇ। ਜਾਸ ਸਿਲਾ ਪਰ ਬੈਸੇ ਗੁਰੂ, ਬਲ ਕੀਨ ਉਡਾਵਨ ਕੋ ਬਹੁ ਤਾਹੀ। ਹੁਣ ਪਿੱਛੇ ਹੋ ਕੇ ਗੁਰੂ ਨਾਨਕ ਸਾਹਿਬ ਦੀਆਂ ਅੱਖਾਂ 'ਚ ਅੱਖਾਂ ਪਾਉਣੀਆਂ ਚਾਹੁੰਦਾ, ਪਰ ਗੁਰੂ ਸਾਹਿਬ ਨੇ ਵੇਖਿਆ, ਅੱਖ ਭਰ ਕੇ ਸ਼ਰਮਿੰਦਾ ਹੋ ਗਿਆ। ਆਖਰਕਾਰ ਗੋਰਖਨਾਥ ਨੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਿਲਾ ਸੀ ਨਾ, ਜਿੱਥੇ ਮਰਜ ਪੱਥਰ ਤੇ ਬੈਠੇ ਆ, ਕਹਿੰਦੇ ਨਜ਼ਰ ਭਰ ਕੇ ਉਸ ਪੱਥਰ ਨੂੰ ਵੇਖਦਾ। ਸੋਚਦਾ ਕੀ ਹੈ? ਪੱਥਰ ਨੂੰ ਹੁਕਮ ਕਰਦਾ, ਉੱਡ। ਜਿਸ ਪੱਥਰ ਤੇ ਤੇਰੇ ਇਹ ਫਕੀਰ ਬੈਠੇ ਨੇ, ਇਹਨਾਂ ਫਕੀਰਾਂ ਉੱਪਰ ਤੂੰ ਹੋ ਜਾ। ਕੋ ਸਤਨਾਮ। ਉਹਨੇ ਉਹ ਵੱਡੀ ਸਿਲਾ, ਵੱਡਾ ਪਰਬਤ ਦਾ ਪੀਸ ਪੱਥਰ ਉਡਾ ਕੇ ਗੁਰੂ ਨਾਨਕ ਸਾਹਿਬ ਨੂੰ ਥੱਲੇ ਦੱਬਣਾ ਚਾਹੁੰਦਾ ਹੈ। ਇਹ ਕੀ ਹੈ? ਹੰਕਾਰ ਹੈ, ਨੀਚਾ ਵਿਖਾਉਣ ਦੀ ਭਾਵਨਾ। ਐਡੀ ਗੰਦੀ ਹਰਕਤ ਤੇ ਕੌਣ ਉਤਰਿਆ? ਕਹਿੰਦਿਆਂ ਵੀ ਸ਼ਰਮ ਆਉਂਦੀ ਹੈ। ਸਿੱਧਾਂ ਦਾ ਗੁਰੂ ਗੋਰਖ, ਜਿਹਦੇ ਅੱਜ ਵੀ ਮੱਠ ਬਣੇ ਆ ਪੰਜਾਬ ਦੇ ਵਿੱਚ, ਲੋਕ ਪੂਜਾ ਕਰਦੇ ਆ। ਗੁਰੂ ਨਾਨਕ ਸਾਹਿਬ ਨੂੰ ਮਾਰਨ ਦੇ ਵਾਸਤੇ ਉਹਨੇ ਜੀ ਆਪਣਾ ਪੂਰਾ ਜ਼ੋਰ ਲਾ ਕੇ ਮੰਤਰ ਪੜ੍ਹਦਾ।
ਅੱਖਾਂ ਕਰ ਲਈਆਂ ਬੰਦ ਤੇ ਗੁਰੂ ਨਾਨਕ ਸਾਹਿਬ ਮਰਦ ਨੇ ਭਾਈ ਬਾਲੇ ਤੇ ਮਰਦਾਨੇ ਵੱਲ ਵੇਖਿਆ, ਉੱਚੀ ਉੱਚੀ ਮੁਸਕਰਾ ਪਏ। ਨੈਕ ਹਲੀ ਨਹਿ ਅੰਗਦ ਲਾਤ ਸੀ, ਜਾਣਿਓ ਪ੍ਰਤਾਪ ਸਹੀ ਮਨ ਮਾਹੀ। ਕਿੰਨੀ ਦੇਰ ਗੋਰਖਨਾਥ ਮੰਤਰ ਪੜਦਾ ਰਿਹਾ, ਪੱਥਰ ਨੂੰ ਉਲਟਾ ਕੇ ਸਤਿਗੁਰਾਂ ਨੂੰ ਦੱਬਣਾ ਤਾਂ ਕੀ ਸੀ। ਗੁਰੂ ਨਾਨਕ ਪਾਤਸ਼ਾਹ ਦੀ ਐਸੀ ਮਿਹਰ ਵਰਤੀ, ਕਿਰਪਾ ਵਰਤੀ, ਕਹਿੰਦੇ ਉਹ ਸਿੱਲ ਨੂੰ 1 ਇੰਚ ਵੀ ਹਿਲਾ ਨਹੀਂ ਸਕਿਆ। ਸਤਿਨਾਮ ਫੜ ਗਿਆ। ਫਿਰ ਭਾਈ ਬਾਲਾ ਜੀ ਪ੍ਰਮਾਣ ਦਿੰਦੇ, ਕਹਿੰਦੇ ਅਸੀਂ ਬੈਠੇ ਆ, ਪੱਥਰ ਹਿੱਲਿਆ ਵੀ ਨਹੀਂ। ਮਰਦ ਕਹਿੰਦੇ ਗੋਰਖਾ ਹਿੱਲਿਆ ਨਹੀਂ ਭਾਈ, ਅੰਤਰਜਾਮੀ ਸੀ। ਹਿਲਾਇਆ ਕਿਵੇਂ? ਆਪਣੀ ਕਲਾ ਨਾਲ। ਹਿੱਲਿਆ ਕਿਵੇਂ ਨਹੀਂ? ਜਿਵੇਂ ਰਾਵਣ ਦੀ ਕਚਹਿਰੀ ਵਿੱਚ ਅੰਗਦ ਸੀ ਨਾ, ਅੰਗਦ ਇੱਕ ਵਾਰੀ ਸ਼ਰਤ ਲੱਗ ਗਈ, ਕਹਿੰਦੇ ਐਡੇ ਐਡੇ ਯੋਧੇ ਬੈਠੇ, ਕਹਿੰਦਾ ਲੈ ਮੇਰੀ ਲੱਤ ਹਿਲਾ ਕੇ ਵਿਖਾ। ਜ਼ੋਰ ਲਾ ਲਿਆ ਸਾਰੇ ਆਟੀ ਚੋਟੀ ਦਾ, ਅੰਗਦ ਦੀ ਲੱਤ ਨਹੀਂ ਹਿਲਾ ਸਕੇ। ਇਸੇ ਤਰ੍ਹਾਂ ਅੱਜ 84 ਸਿੱਧਾਂ ਦਾ ਗੁਰੂ ਗੋਰਖ, ਉਹਨੇ ਆਪਣੇ ਸਾਰੇ ਮੰਤਰ ਧਿਆ ਕੇ ਨਾ ਬ੍ਰਹਮਾ ਤੋਂ ਲੈ ਕੇ ਸ਼ਿਵ ਤੱਕ ਗੁਰੂ ਨਾਨਕ ਸਾਹਿਬ ਜੀ ਨੂੰ ਪੱਥਰ ਥੱਲੇ ਦੱਬਣ ਦੀ ਕੋਸ਼ਿਸ਼ ਕੀਤੀ ਵੀ ਮੈਂ ਉਲਟਾ ਦਿਆਂ। ਉਲਟਾਉਣਾ ਦੂਰ ਦੀ ਗੱਲ, ਪੱਥਰ ਉਡਾਉਣਾ ਦੂਰ ਦੀ ਗੱਲ, ਉਹ ਟਸ ਤੋਂ ਮਸ ਵੀ ਹੋਇਆ ਨਾ। ਸਵਈਆ ਯੋਂ ਕਰ ਗੋਰਖ ਲੋਭ ਭਇਓ, ਔਰ ਵਿੱਚ ਵਿਚਾਰਤ ਜਾਵਤ ਸੋਈ। ਜਦੋਂ ਸਤਿਗੁਰਾਂ ਦੇ ਸਾਹਮਣੇ ਗੋਰਖਨਾਥ ਦੀ ਪੇਸ਼ ਨਾ ਕੋਈ ਗਈ, ਸ਼ਰਮਿੰਦਾ ਤੇ ਬੰਦਾ ਹੋਈ ਜਾਂਦਾ। ਦਾਬੇ ਮਾਰ ਕੇ ਬੰਦਾ ਇੰਨਾ ਕੁਝ ਕਰੇ ਤੇ ਆਖਰ ਚੱਲੇ ਕੋਈ ਨਾ। ਮਰਦ ਮੁਸਕਰਾ ਰਹੇ ਆ, ਕਹਿੰਦੇ ਸ਼ਰਮ ਦਾ ਮਾਰਾ ਸਿੱਧਾਂ ਦਾ ਗੁਰੂ, ਗੁਰੂ ਸਾਹਿਬ ਦੇ ਸਾਹਮਣੇ ਤੋਂ ਅਲੋਪ ਹੋ ਗਿਆ। ਸਤਿਨਾਮ ਗਾਇਬ ਹੀ ਹੋ ਗਿਆ। ਤੁਸੀਂ ਕੀ ਸੋਚਦੇ ਵੀ ਭੱਜ ਗਿਆ? ਨਾ ਨਾ, ਅੜੀਅਲ ਬੰਦੇ, ਹੰਕਾਰੀ ਬੰਦੇ ਜੇ ਲੁਕਦੇ ਨੇ ਤੇ ਕੋਈ ਹੋਰ ਪਲਾਨ ਲੈ ਕੇ ਆਉਂਦੇ ਹੁੰਦੇ ਨਾ, ਹੋਰ ਚਾਲ ਚੱਲਦੇ ਆ ਵੀ ਕਿਸੇ ਤਰੀਕੇ ਨਾਲ ਸ਼ਤਰੰਜ 'ਚ ਇਹਨਾਂ ਨੂੰ ਫਸਾ ਲਾਂ ਤੇ ਚੁਕਾ ਲਾਂ। ਉਹ ਹਰ ਹਾਲਤ ਵਿੱਚ ਨਾ ਡਿੱਗ ਡਿੱਗ ਕੇ ਵਿਖਾਉਣਗੇ, ਰੋ ਰੋ ਕੇ ਵਿਖਾਉਣਗੇ, ਪਰ ਅੰਦਰੋਂ ਹੰਕਾਰੀ ਹੋਣਗੇ, ਆਪਣੀ ਈਨ ਮਨਾਉਣੀ ਚਾਹੁਣਗੇ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਦੇ ਆ ਭਾਈ ਮਰਦਾਨਾ, ਕਹਿੰਦੇ ਬਾਬਾ ਕਿੱਥੇ ਗਿਆ? ਮਰਦ ਕਹਿੰਦੇ ਕੋਈ ਨਵਾਂ ਜਪ ਛੇੜੂਗਾ। ਸਤਿਨਾਮ ਅਲੋਪ ਨਹੀਂ ਹੋਇਆ, ਦੂਰ ਚਲੇ ਗਿਆ। ਕਿਸੇ ਪਰਬਤ ਦੇ ਪਿੱਛੇ ਛੁਪ ਕੇ ਸੋਚਦਾ ਇਹਨਾਂ ਨੂੰ ਮਾਰਾਂ ਕਿਵੇਂ, ਝੁਕਾਵਾਂ ਕਿਵੇਂ। ਗੱਲਾਂ ਹੀ ਦੋ ਨੇ, ਜਾਂ ਇਹਨਾਂ ਨੂੰ ਮੌਤ ਦੇ ਘਾਟ ਤੇ ਉਤਾਰਦੇ ਆ ਜਾਂ ਆਪਣਾ ਚੇਲਾ ਬਣਾ ਲਾਂ। ਸਮਾਂ ਸਮਾਪਤ ਹੈ ਜੀ। ਸਿੱਧਾਂ ਦੀ ਕਥਾ ਦਾ ਆਗਾਜ਼ ਅੱਜ ਤੋਂ ਆਰੰਭ ਹੋਇਆ। ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰਨਗੇ ਆਉਣ ਵਾਲੇ ਦਿਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ।